ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੂੰਹ ਕੁਚਰੈ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ। ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹੁ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾਹੁ। ਵਾਹਿਗੁਰੂ ਜੀ ਗੁਰਮੁਖ ਰਤਨ ਲਹੈ ਲਿਵ ਲਾਹੇ ਗੁਰਮੁਖ ਪਰਖੈ ਰਤਨ ਸੁਭਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤੀ ਆਏ ਗੁਰਮੁਖ ਅਲਖ ਲਖਾਏ ਤਿਸ ਭਾਵੈ ਹੈ ਨਾਨਕ ਗੁਰਮੁਖ ਚੋਟ ਨ ਖਾਵੈ। ਗੁਰਮੁਖ ਰਤਨ ਲਹੈ ਲਿਵ ਲਾਏ ਗੁਰਮੁਖ ਪਰਖੈ ਰਤਨ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 34 ਪੌੜੀਆਂ ਹੁਣ ਤੱਕ ਸਿੱਧ ਗੋਸ਼ਟ ਬਾਣੀ ਦੀਆਂ ਸ਼ਰਵਣ ਕਰ ਚੁੱਕੇ ਹਾਂ। 942 ਅੰਗ ਤੇ 35ਵੀਂ ਪੌੜੀ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਕਿਸ ਪ੍ਰਕਾਰ ਸਿੱਧਾਂ ਦੇ ਨਾਲ ਜੋ ਬਚਨ ਹੋ ਰਹੇ ਨੇ ਕਿ ਗੁਰਮੁਖ ਦੀ ਅਵਸਥਾ ਨੂੰ ਫੇਰ ਸਤਿਗੁਰੂ ਜੀ ਕਥਨ ਕਰ ਰਹੇ ਹਨ ਕਿ ਗੁਰਮੁਖ ਕਿਸ ਨੂੰ ਕਿਹਾ ਤੇ ਗੁਰਮੁਖ ਦੇ ਕੀ ਕੀ ਲੱਛਣ ਹੁੰਦੇ ਹਨ। ਫਰਮਾਉਂਦੇ ਹਨ ਮਹਾਰਾਜ ਪਾਵਨ ਬਾਣੀ ਗੁਰਮੁਖ ਰਤਨ ਲਹੈ ਲਿਵ ਲਾਏ। ਲਹੈ ਤੋਂ ਭਾਵ ਹੁੰਦਾ ਲੱਭ ਲੈਂਦਾ ਪ੍ਰਾਪਤ ਕਰ ਲੈਂਦਾ ਹੈ। ਗੁਰਮੁਖ ਪਿਆਰਾ ਗੁਰਮੁਖ ਜੋ ਗੁਰੂ ਦੇ ਅਨੁਸਾਰੀ ਗੁਰੂ ਕੀ ਆਗਿਆ ਵਿੱਚ ਚੱਲਣ ਵਾਲਾ ਸਨਮੁਖ ਕਿਉਂਕਿ ਗੁਰਮੁਖ ਜਿਹੜੇ ਨੇ ਉਹ ਲਿਵ ਲਾ ਕੇ ਸੁਰਤ ਜੋੜ ਕੇ ਨਾਮ ਰਤਨ ਜਿਹੜਾ ਹੈ ਅਮੋਲਕ ਨਾਮ ਰਤਨ ਇਹਨੂੰ ਪ੍ਰਾਪਤ ਕਰ ਲੈਂਦੇ ਨੇ ਕਿਉਂਕਿ ਨਾਮ ਬਹੁਤ ਹੀ ਇਕਾਗਰਤਾ ਦੇ ਨਾਲ ਪ੍ਰਾਪਤ ਹੁੰਦਾ ਹੈ। ਚਾਰੇ ਪਾਸੇ ਆਪਣੇ ਮਨ ਨੂੰ ਤੋੜ ਕੇ ਨਾਮ ਦੇ ਵਿੱਚ ਜੋੜ ਕੇ ਸਿਮਰਨ ਕਰਨ ਦੇ ਨਾਲ ਸੁਭਾਵਕ ਹੀ ਫਿਰ ਨਾਮ ਦਾ ਕਿਣਕਾ ਪ੍ਰਾਪਤ ਹੋ ਜਾਂਦਾ। ਕਹਿਣ ਤੋਂ ਭਾਵ ਜਿਵੇਂ ਪਿਆਸ ਲੱਗੀ ਤੋਂ ਪਾਣੀ 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 ਕਰੀ ਜਾਈਏ ਇਹ ਇੱਕ ਅੱਖਰ ਹੈ ਪਾਣੀ।
ਸੱਚਮੁੱਚ ਗਲਾਸ ਦੇ ਵਿੱਚ ਜਦੋਂ ਪਾਣੀ ਸਾਡੇ ਸਾਹਮਣੇ ਕੋਈ ਰੱਖ ਦੇਵੇ ਤਾਂ ਆਪਾਂ ਕਹਿੰਦੇ ਆ ਕਿ ਪਾਣੀ ਪਾਣੀ ਹੁਣ ਕਹਿਣ ਦੀ ਲੋੜ ਨਹੀਂ, ਕਿਉਂਕਿ ਪਾਣੀ ਮਿਲ ਗਿਆ ਹੈ। ਹੁਣ ਇੱਕ ਦੂਸਰੀ ਅਵਸਥਾ ਆ ਗਈ ਜਦੋਂ ਪਾਣੀ ਦਾ ਪੀ ਕੇ ਆਨੰਦ ਮਾਣਨਾ। ਭਰਿਆ ਹੋਇਆ ਗਿਲਾਸ ਪਾਣੀ ਦਾ ਮੂੰਹ ਨੂੰ ਲਾ ਕੇ ਪੀ ਕੇ ਪਿਆਸ ਬੁਝਾਈ, ਠੰਡ ਪੈ ਗਈ ਅੰਦਰ। ਇਹ ਪ੍ਰੈਕਟੀਕਲੀ ਉਹਦੀ ਕਿਰਿਆ ਹੋ ਗਈ। ਮੂੰਹ ਦੇ ਨਾਲ ਪਾਣੀ ਪਾਣੀ ਕਹਿ ਕੇ ਪਾਣੀ ਦੀ ਪ੍ਰਾਪਤੀ ਕਰਕੇ ਫਿਰ ਉਹ ਪਾਣੀ ਪੀ ਕੇ ਆਨੰਦ ਮਾਣਿਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਅੱਖਰ ਹਨ ਉਹਦੇ ਨਾਮ ਦੇ, ਵਾਹਿਗੁਰੂ ਵਾਹਿਗੁਰੂ। ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਤਾਂ ਵਾਹਿਗੁਰੂ ਵੱਲ ਧਿਆਨ ਵੀ ਦਈਏ। ਪਹਿਲੀ ਗੱਲ ਤਾਂ ਇਹ ਕਿ ਧੁਨ ਮਹਿ ਧਿਆਨ, ਭਾਵ ਧੁਨੀ ਕੀ ਕਹਿੰਦੀ ਹੈ? ਵਾਹਿਗੁਰੂ। ਤਾਂ ਵਾਹਿਗੁਰੂ ਕੌਣ ਹੈ? ਸਰਬ ਵਿਆਪਕ ਪਰਿਪੂਰਨ ਵਾਹਿਗੁਰੂ, ਜੋ ਬਹੁਤ ਹੀ ਵੱਡਾ ਹੈ। ਆਸਾ ਦੀ ਵਾਰ 'ਚ ਜਿਵੇਂ ਮਹਾਰਾਜ ਨੇ ਬਚਨ ਕੀਤਾ, ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਵਾਹਿਗੁਰੂ ਦੀ ਸਿਫਤ ਹੈ ਵਾਹਿਗੁਰੂ ਦਾ ਧਿਆਨ ਕਰਨਾ, ਵਾਹਿਗੁਰੂ ਵਿੱਚ ਧਿਆਨ ਨੂੰ ਲੈ ਜਾਣਾ ਕਿ ਕਿੰਨਾ ਵੱਡਾ ਹੋਵੇਗਾ ਉਹ ਵਾਹਿਗੁਰੂ ਜਿਸ ਨੇ ਕਰੋੜਾਂ ਖੰਡ ਬ੍ਰਹਮੰਡ ਬਣਾ ਦਿੱਤੇ ਹਨ। ਇਉਂ ਵਾਹਿਗੁਰੂ ਜਪਦਿਆਂ ਵਾਹਿਗੁਰੂ ਵਿੱਚ ਧਿਆਨ ਲੈ ਕੇ ਜਾਣਾ। ਕਿਸੇ ਵੱਡੇ ਵਿਅਕਤੀ ਦਾ ਨਾਮ ਲੈਂਦੇ ਆ ਵੀ ਇਹ ਸਾਰੇ ਜ਼ਿਲ੍ਹੇ ਦਾ ਮਾਲਕ ਹੈ, ਉਹ ਗੱਲ ਆਪਣੇ ਮਨ 'ਚ ਆ ਜਾਂਦੀ। ਇੱਕ ਹੋਰ ਵਿਅਕਤੀ ਦਾ ਨਾਮ ਲੈਂਦੇ ਆ ਕਿ ਸਾਰੀ ਸਟੇਟ ਦਾ ਮਾਲਕ ਹੈ। ਇੱਕ ਹੈ ਜੋ ਸਾਰੇ ਦੇਸ਼ ਦਾ ਮਾਲਕ ਹੈ। ਇੱਕ ਹੈ ਜੋ ਸਾਰੀ ਧਰਤੀ ਦਾ ਮਾਲਕ ਹੈ। ਇੱਕ ਹੈ ਜੋ ਸਾਰੀਆਂ ਧਰਤੀਆਂ ਦਾ ਮਾਲਕ, ਬ੍ਰਹਮੰਡਾਂ ਦਾ ਮਾਲਕ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਉਹ ਵਾਹਿਗੁਰੂ ਜੋ ਸਾਰੀਆਂ ਧਰਤੀਆਂ ਦਾ, ਚੰਦਰਮਾ ਸਿਤਾਰਿਆਂ ਦਾ ਮਾਲਕ, ਸਾਰੀ 84 ਲੱਖ ਜੂਨ ਦਾ ਮਾਲਕ, ਦੇਵਤਿਆਂ ਦਾ ਮਾਲਕ, ਦੈਂਤਾਂ ਦਾ ਮਾਲਕ। ਉਸ ਮਾਲਕ ਦਾ ਜਦੋਂ ਨਾਮ ਲੈ ਕੇ ਮਾਲਕ ਦਾ ਧਿਆਨ ਕਰਦੇ ਆ ਕਿ ਕਿਤਨਾ ਵੱਡਾ ਹੈ ਉਹ ਮਾਲਕ, ਉਹਦੀ ਸਿਫਤ ਕਰਦਿਆਂ ਕਰਦਿਆਂ ਉਹਦੇ ਵਿੱਚ ਹੀ ਜੁੜ ਜਾਈਦਾ। ਤਾਂ ਉਹ ਜੁੜਨ ਦੇ ਨਾਲ ਜਿਵੇਂ ਤਾਰਾਂ ਦੇ ਟੱਚ ਹੁੰਦਿਆਂ ਹੀ ਬੱਲਬ ਜਗ ਪੈਂਦਾ, ਜਾਂ ਫਿਰ ਜਦੋਂ ਸਵਿੱਚ ਦਬਾ ਦਿੰਦੇ ਹਾਂ ਤੇ ਉਹਦੇ ਨਾਲ ਫਿਰ ਇੱਕਦਮ ਬੱਲਬ ਜਗ ਪੈਂਦਾ। ਇਸੇ ਤਰ੍ਹਾਂ ਹੀ ਜਦੋਂ ਸ਼ਬਦ ਅਤੇ ਸੁਰਤ ਦਾ ਮਿਲਾਪ ਹੋ ਗਿਆ, ਜਾਤੀ ਬਿਰਤੀਆਂ ਦਾ ਪ੍ਰਵਾਹ ਅੰਦਰ ਨੂੰ ਚੱਲ ਪਿਆ, ਵਿਜਾਤੀ ਬਿਰਤੀਆਂ ਬਾਹਰ ਨੂੰ ਨਿਕਲ ਗਈਆਂ ਜਿਹੜੀਆਂ ਪਰੇਸ਼ਾਨ ਕਰਦੀਆਂ ਸੀ। ਪ੍ਰਮਾਣ, ਵਿਪਰਜੇ, ਨਿੰਦਰਾ, ਵਿਕਲਪ, ਸਿਮਰਤੀ ਆਦਿਕ ਇਹ ਤੰਗ ਕਰਨੋਂ ਹਟ ਗਈਆਂ। ਤਦੋਂ ਮਹਾਰਾਜ ਕਹਿੰਦੇ ਨੇ ਸਾਰੇ ਪਾਸਿਓਂ ਬਿਰਤੀ ਹਟਾ ਕੇ ਜਦੋਂ ਨਾਮ ਦੇ ਵਿੱਚ ਲਿਵ ਜੁੜੀ ਤਾਂ ਇੱਕਦਮ ਚਾਨਣ ਹੋ ਗਿਆ। ਉਹ ਹੈ ਰਤਨ ਲਹੈ ਲਿਵ ਲਾਏ। ਲਿਵ ਲਾ ਕੇ ਉਹ ਰਤਨ ਨੂੰ, ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰਮੁਖ ਪਰਖੈ ਰਤਨ ਸੁਭਾਏ। ਸੁਭਾਵਕ ਹੀ ਜਿਹੜਾ ਰੱਬ ਦਾ ਪਿਆਰਾ ਗੁਰਮੁਖ ਹੈ ਉਹ ਨਾਮ ਰਤਨ ਨੂੰ ਪਛਾਣ ਲੈਂਦਾ ਹੈ, ਪਰਖ ਲੈਂਦਾ ਹੈ ਕਿ ਨਾਮ ਰਤਨ ਕੀ ਹੈ। ਲਖਾਏ ਦਾ ਭਾਵ ਲੱਖ ਲੈਣਾ, ਜਾਣ ਲੈਣਾ। ਉਹ ਨਾਮ ਰਤਨ ਨੂੰ ਪਛਾਣ ਲੈਂਦਾ ਕਿ ਨਾਮ ਰਤਨ ਕੀ ਹੈ, ਕਿਉਂਕਿ ਨਾਮ ਬਾਰੇ ਲੋਕੀ ਕਹਿੰਦੇ ਨੇ ਕਿ ਨਾਮ ਕਿਸ ਨੂੰ ਕਹਿੰਦੇ ਨੇ, ਨਾਮ ਕੈਸਾ ਹੁੰਦਾ ਹੈ, ਸਾਨੂੰ ਵੀ ਦੱਸੋ। ਨਾਮ ਰਤਨ ਦੀ ਪ੍ਰਾਪਤੀ ਤੇ ਨਾਮ ਰਤਨ ਦੀ ਪਹਿਚਾਣ ਬਹੁਤ ਅਭਿਆਸ ਤੋਂ ਬਾਅਦ ਜੀਵ ਨੂੰ ਪ੍ਰਾਪਤ ਹੁੰਦੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖ ਸਾਚੇ ਮਨ ਪਤੀ ਆਏ। ਗੁਰਮੁਖ ਗੁਰੂ ਅਨੁਸਾਰੀ, ਗੁਰੂ ਦਾ ਜਾਪ ਕਰਨ ਵਾਲਾ ਜਿਹੜਾ ਸਨਮੁਖ ਹੈ, ਜੀਵੜਾ ਰੱਬ ਦਾ ਪਿਆਰਾ, ਉਹ ਹਮੇਸ਼ਾ ਸੱਚੀ ਕਾਰ ਹੀ ਕਮਾਉਂਦਾ ਹੈ। ਜਿਵੇਂ ਬਚਨ ਕੀਤਾ ਆਪ ਜੀ ਨੇ ਕਿ ਹੋਰ ਕਾਰ ਬੇਕਾਰ ਹੈ, ਇੱਕ ਸੱਚੀ ਕਾਰੈ ਲਾਇਆ, ਵਿਣ ਨਾਵੈ ਹੋਰ ਨਾ ਪਾਇਆ।
ਕਿ ਉਹ ਨਾਮ ਤੋਂ ਬਿਨਾਂ ਉਹਨੂੰ ਹੋਰ ਕੁਝ ਭਾਉਂਦਾ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ। ਉਹਨਾਂ ਦੀ ਪਵਿੱਤਰਤਾ ਵਾਲੀ ਕਰਨੀ, ਨਿਰਮਲ ਕਰਨੀ, ਝੂਠ ਨਾ ਬੋਲਣਾ, ਹਿਰਦਾ ਸੁੱਧ, ਬਾਹਰੋਂ ਸੁੱਧ, ਸਰੀਰ ਸੁੱਧ, ਕਰਨੀ ਸੁੱਧ, ਕਮਾਈ ਸੁੱਧ। ਇਹ ਨਹੀਂ ਕਿ ਮਾੜੀ ਮਾੜੀ ਗੱਲ ਪਿੱਛੇ, ਥੋੜੇ ਥੋੜੇ ਪੈਸੇ ਪਿੱਛੇ ਝੂਠ ਬੋਲਣਾ, ਮਾੜੀ ਮਾੜੀ ਗੱਲ ਪਿੱਛੇ ਝੂਠ ਬੋਲਣਾ, ਝੂਠ ਤੇ ਤੂਫਾਨ ਲਿਆ ਰੱਖਣਾ। ਉਹ ਸੱਚਾਈ ਦੇ ਉੱਤੇ ਆਪਣੇ ਜੀਵਨ ਨੂੰ ਚਲਾ ਲੈਂਦੇ ਨੇ, ਸ਼ੁੱਧ ਕਰਨੀ ਕਰਦੇ ਨੇ। ਜਿਵੇਂ ਮਹਾਰਾਜ ਨੇ ਵਚਨ ਕੀਤਾ ਹੈ ਕਿ ਆਨ ਦਿਨ ਸੁਕ੍ਰਿਤ ਕਰੀਐ, ਰਾਤ ਦਿਨ ਚੰਗੀ ਸ੍ਰੇਸ਼ਟ ਪੁੰਨਾਂ ਵਾਲੀ ਕਿਰਤ ਨੂੰ ਕਰੀਏ। ਗੁਰਮੁਖ ਸਾਚੇ ਮਨ ਪਤੀ ਆਏ। ਜਿਹੜਾ ਗੁਰਮੁਖ ਜੀਵੜਾ ਹੈ ਨਾ, ਉਹ ਸੱਚੇ ਵਾਹਿਗੁਰੂ ਵਿੱਚ ਲੀਨ ਹੋਣ ਕਰਕੇ ਆਪਣਾ ਮਨ ਪਰਚਾ ਲੈਂਦਾ ਹੈ। ਉਹਦਾ ਮਨ ਪਤੀਜ ਜਾਂਦਾ ਹੈ ਵਾਹਿਗੁਰੂ ਦੇ ਵਿੱਚ। ਕਿਸੇ ਚੀਜ਼ ਦੇ ਵਿੱਚ ਪਤੀਜਣਾ, ਜਦੋਂ ਤੱਕ ਆਪਣਾ ਕਿਸੇ ਚੀਜ਼ 'ਚ ਮਨ ਨਹੀਂ ਪਤੀਜਦਾ, ਆਪਾਂ ਉਹ ਚੀਜ਼ ਨੂੰ ਲੈਂਦੇ ਨਹੀਂ, ਖਰੀਦਦੇ ਨਹੀਂ। ਮਨ ਪਤੀਜਣਾ, ਮਨ ਮੰਨ ਜਾਣਾ। ਤਾਈਓ ਸਤਿਗੁਰੂ ਕਹਿੰਦੇ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਗੁਰਮੁਖ ਅਲਖ ਲਖਾਏ ਤਿਸ ਭਾਵੈ। ਜਦੋਂ ਵਾਹਿਗੁਰੂ ਨੂੰ ਭਾਉਂਦਾ ਹੈ ਤਾਂ ਉਹ ਸਤਿਗੁਰੂ ਜੀ ਉਸ ਗੁਰਮੁਖ ਨੂੰ ਅਲਖ ਪ੍ਰਭੂ ਦੀ ਲਖਤਾ ਕਰਾ ਦਿੰਦੇ ਨੇ, ਜਣਾ ਦਿੰਦੇ ਨੇ ਕਿ ਇਹ ਵਾਹਿਗੁਰੂ ਹੈ। ਕਿਉਂਕਿ ਵਾਹਿਗੁਰੂ ਕਿਤੇ ਦੂਰ ਨਹੀਂ ਹਨ। ਪ੍ਰਮਾਣ ਵਜੋਂ ਜਿਵੇਂ ਸਰਦੀਆਂ ਦੇ ਵਿੱਚ, ਬਹੁਤ ਠੰਡ ਦੇ ਵਿੱਚ, ਇੱਕ ਗੁਰਮੁਖ ਪਿਆਰਾ ਅੰਮ੍ਰਿਤਧਾਰੀ, ਉਹਨੇ ਕੋਟੀ ਪਾਈ, ਥੱਲਿਓਂ ਇੱਕ ਪੂਰੀਆਂ ਬਾਹਾਂ ਦੀ ਬਨੈਣ ਜੀ ਪਾਈ, ਇੱਕ ਉਹਦੇ ਉੱਪਰੋਂ ਕੋਟੀ ਪਾਈ, ਕਮੀਜ਼ ਪਾਇਆ, ਕਿਉਂਕਿ ਸਰਦੀ ਬਹੁਤ ਜ਼ਿਆਦਾ -ਡਿਗਰੀ ਤੇ ਚਲੀ ਜਾਂਦੀ। ਜਦੋਂ ਇੱਕ ਜੈਕਟ ਜੀ ਉਹਦੇ ਉੱਤੇ ਓਵਰਕੋਟ ਪਾ ਲਿਆ, ਤੇ ਉਹ ਕੜਾ ਕਿਤੇ ਬਾਂਹ ਵਿੱਚ ਤਾਂ ਚੜਿਆ ਹੋਇਆ ਸੀ, ਤੇ ਉਹ ਕੜਾ ਲੱਭਣ ਲੱਗ ਪਿਆ ਵੀ ਕਿਹੜਾ ਮੇਰਾ ਗਵਾਚ ਗਿਆ ਲੱਗਦਾ। ਉਹ ਕੜਾ ਲੱਭਦਾ ਲੱਭਦਾ ਵੀ ਪਰੇਸ਼ਾਨ ਜਿਹਾ ਹੋ ਗਿਆ, ਮੇਰਾ ਕੜਾ ਪਤਾ ਨਹੀਂ ਕਿੱਥੇ ਲੈ ਕੇ ਡਿੱਗ ਪਿਆ। ਉਹ ਚੰਗੀ ਤਰ੍ਹਾਂ ਕਿਸੇ ਨੇ ਕਿ ਕੜਾ ਹੱਥ 'ਚੋਂ ਡਿੱਗ ਨਹੀਂ ਸਕਦਾ, ਧਿਆਨ ਨਾਲ ਦੇਖ, ਬਾਂਹ ਦੇ ਵਿੱਚ ਹੀ ਹੋਣਾ। ਉਹ ਚੰਗੀ ਤਰ੍ਹਾਂ ਟਟੋਲਿਆ ਫਰੋਲਿਆ, ਉਹ ਹਾਂ ਬਈ ਇਹ ਤਾਂ ਬਾਂਹ 'ਚ ਹੀ ਹੈ ਕੜਾ, ਤੇ ਮੈਨੂੰ ਭੁਲੇਖਾ ਹੀ ਲੱਗ ਗਿਆ, ਮੈਂ ਡਰ ਗਿਆ। ਹੁਣ ਆਪਾਂ ਇਸ ਗਵਾਚੇ ਹੋਏ ਕੜੇ ਨੂੰ ਕੀ ਕਹਿ ਸਕਦੇ ਹਾਂ ਕਿ ਇਹ ਕੜਾ ਗੁੰਮ ਹੋ ਗਿਆ ਸੀ, ਕਿ ਜਾਂ ਇਹ ਹੁਣ ਮੈਨੂੰ ਪ੍ਰਾਪਤ ਹੋ ਗਿਆ। ਨਾ ਤਾਂ ਉਹ ਗੁੰਮ ਹੋਇਆ ਸੀ, ਨਾ ਪ੍ਰਾਪਤ ਹੋਇਆ, ਤਾਂ ਪਹਿਲਾਂ ਹੱਥ ਵਿੱਚ ਸੀ, ਹੁਣ ਵੀ ਹੱਥ ਵਿੱਚ ਹੀ ਹੈ। ਹਿਰਦੇ ਵਿੱਚ ਇਸੇ ਤਰ੍ਹਾਂ ਵਾਹਿਗੁਰੂ ਹਨ, ਪ੍ਰਕਾਸ਼ਮਾਨ ਵੀ ਹਨ, ਪਰ ਸਾਡਾ ਧਿਆਨ ਜਿਹੜਾ ਹੈ ਉਹ ਕਿਤੇ ਹੋਰ ਹੀ ਗੁੰਮ ਹੋਇਆ ਬੈਠਾ। ਤੇ ਮਖੌਲ ਜੇ 'ਚ ਕਹਿੰਦੇ ਦਿਖਾਓ ਰੱਬ ਕਿੱਥੇ ਹੈ। ਰੱਬ ਹੈ, ਐਵੇਂ ਨਹੀਂ ਕਿ ਨਹੀਂ ਦੇਖਿਆ ਕਿਸੇ ਨੇ। ਬਹੁਤ ਗੁਰਸਿੱਖਾਂ ਨੂੰ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ, ਬਹੁਤ ਗੁਰਸਿੱਖਾਂ ਨੂੰ ਪ੍ਰਕਾਸ਼ ਹੁੰਦਾ। ਬੜੇ ਬੜੇ ਰਿਸ਼ੀ ਮੁਨੀ ਸੰਤਾਂ ਮਹਾਤਮਾ ਨੂੰ ਦਰਸ਼ਨ ਦਿੱਤੇ ਨੇ। ਹੁੰਦਾ ਸਾਰਾ ਕੁਝ ਹੀ ਹੈ, ਪਰ ਦੁਨੀਆ ਉਸ ਤੇ ਚੱਲਣਾ ਨਹੀਂ ਚਾਹੁੰਦੀ, ਕਿਉਂਕਿ ਇਹ ਬਹੁਤ ਕਠਿਨ ਕਾਰਜ ਹੈ। ਇੱਕ ਕੰਮ ਉਹ ਹੁੰਦੇ ਜਿਹੜੇ ਸਰੀਰ ਨਾਲ ਕੀਤੇ ਜਾਂਦੇ ਨੇ, ਉਹਦੇ 'ਚ ਮਨ ਬਾਣੀ ਦੀ ਲੋੜ ਹੀ ਨਹੀਂ ਪੈਂਦੀ। ਇੱਕ ਉਹ ਕੰਮ ਨੇ ਜਿਹੜੇ ਸਰੀਰ ਕਰਕੇ ਕੀਤੇ ਜਾਂਦੇ ਨੇ, ਜਾਂ ਜ਼ੁਬਾਨ ਵਿੱਚ ਚਲਾ ਲਈ ਦੀ ਥੋੜੀ ਜਿਹੀ ਕੰਮ ਹੋ ਜਾਂਦੇ ਨੇ। ਮਨ ਕਿਤੇ ਪਿਆ ਫਿਰੇ, ਜਿਹਨੇ ਕੋਈ ਚੀਜ਼ ਵੇਚਣੀ ਉਹ ਆਪਣਾ ਰੌਲਾ ਪਾਈ ਜਾ ਰਿਹਾ, ਬੋਲਦਾ ਮੂੰਹ ਨਾਲ ਖਰੀਦ ਲਓ, ਆਹ ਚੀਜ਼ ਲੈ ਲਓ। ਇੱਕ ਉਹ ਕੰਮ ਨੇ ਜਿਹੜੇ ਮਨ ਕਰਕੇ, ਫਿਰ ਜ਼ੁਬਾਨ ਕਰਕੇ, ਫਿਰ ਸਰੀਰ ਕਰਕੇ। ਉਹ ਕੰਮ ਦੁਨੀਆ 'ਚ ਕਿਹੜਾ, ਜਿਹੜਾ ਨਾਮ ਜਪਣਾ ਤੇ ਧਿਆਨ ਟਿਕਾਉਣਾ, ਇੱਕ ਮਿਕ ਹੋਣਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ, ਨ ਪਛੋਤਾਏ। ਹਉ ਹਰ ਕੈ ਸਦ ਬਲਿਹਾਰਨੈ, ਜਿਤ ਸੇਵਿਆ ਸੁਖ ਪਾਏ। ਮਹਾਰਾਜ ਕਹਿੰਦੇ ਨੇ ਹੁਣ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਆਪਣਾ ਆਪ ਉਸ ਗੁਰਮੁਖ ਨੂੰ ਜਣਾ ਦਿੰਦੇ ਨੇ ਹੈਨ ਕੋਲੇ ਹੀ, ਕਿਉਂਕਿ ਉਹਨਾਂ ਦੀ ਸ਼ਕਤੀ ਇੰਨੀ ਜ਼ਿਆਦਾ ਹੈ ਕਿ ਬੰਦੇ ਉੱਤੇ ਪਰਦਾ ਪਾ ਦਿੰਦੇ ਨੇ, ਬੁੱਧੀ ਤੇ ਪਰਦਾ ਪਾ ਦਿੰਦੇ ਨੇ। ਕਿਉਂਕਿ ਆਪਾਂ ਤੇ ਕਹੀਏ ਕਿ ਮੈਨੂੰ ਰੱਬ ਦਿਖਾਓ ਜਾਂ ਮੈਨੂੰ ਰੱਬ ਦਰਸ਼ਨ ਦੇਵੇ, ਜੇ ਅਸੀਂ ਰੱਬ ਨੂੰ ਵੀ ਬੇਨਤੀ ਕਰੀਏ। ਧੰਨੇ ਭਗਤ ਨੇ ਕਿਹਾ, ਮਹਾਰਾਜ ਇਹ ਤਰਲੋਚਨ ਬ੍ਰਾਹਮਣ ਕਹਿੰਦਾ ਮੈਨੂੰ ਦਰਸ਼ਨ ਦੇ ਦਿਓ। ਕਹਿੰਦੇ ਧੰਨਿਆ, ਇਹ ਕਿੱਥੋਂ ਠੱਗ ਲੱਭ ਲਿਆ ਤੂੰ, ਇਹ ਤੇਰੇ ਨਾਲ ਕਿੰਨਾ ਧੋਖਾ ਕੀਤਾ ਇਹਨੇ, ਇਹਨੂੰ ਅਸੀਂ ਦਰਸ਼ਨ ਦੇਣੇ। ਤਰਲੋਚਨ ਕਹਿੰਦੇ ਧੰਨਿਆ ਮੈਨੂੰ ਦਰਸ਼ਨ ਕਰਾ ਦੇ। ਧੰਨੇ ਨੂੰ ਕੋਲ ਖੜੇ ਦਿਖਦੇ ਨੇ, ਪਰ ਤਰਲੋਚਨ ਬ੍ਰਾਹਮਣ ਨੂੰ ਦਿਖਦੇ ਨਹੀਂ। ਦੇਖੋ ਹੈ ਦੋਨੋਂ ਮਨੁੱਖ ਹੀ ਨੇ, ਪਰ ਉਹ ਭਗਤ ਹੈ।
ਭੈ ਦੇ ਸਹਿਤ ਗਤੀ ਕਲਿਆਣ ਨੂੰ ਪ੍ਰਾਪਤ ਕਰਨ ਵਾਲੇ ਨੂੰ ਭਗਤ ਕਹਿੰਦੇ। ਜੇ ਡਰ ਦੇ ਅੰਦਰ ਰਹਿ ਕੇ ਭਗਤੀ ਕੀਤੀ, ਤਰਲੋਚਨ ਕਿਹੜਾ ਡਰਦਾ ਸੀ ਰੱਬ ਤੋਂ? ਪੱਥਰ ਦੇ ਉੱਤੇ ਐਵੇਂ ਹੀ ਲਪੇਟ ਕੇ ਕੱਪੜਾ ਜਾ ਕੇ ਇਹ ਰੱਬ ਹੈ। ਉਹ ਤੇ ਫਿਰ ਧੰਨਾ ਜੀ ਨੂੰ ਭਾਵਨਾ ਜਾਗੀ ਅੰਦਰੋਂ ਵੀ ਭਗਤੀ ਨਾਲ ਪਰਮਾਤਮਾ ਦੀ ਪ੍ਰਾਪਤੀ। ਇਹ ਬਿਦ ਸੁਣ ਕੇ ਜਾਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਭਗਤੀ ਨਾਲ ਪ੍ਰਾਪਤੀ ਕੀਤੀ, ਪਰ ਇੱਕ ਵਾਰ ਤਾਂ ਉਹਨੇ ਧੋਖਾ ਦਿੱਤਾ ਉਹਨੂੰ। ਨਾਨਕ ਗੁਰਮੁਖ ਚੋਟ ਨਾ ਖਾਵੈ। ਹੁਣ ਮਹਾਰਾਜ ਕਹਿੰਦੇ ਕਿ ਗੁਰਮੁਖ ਜਿਹੜਾ ਜੀਵੜਾ ਹੈ ਉਹ ਮਾਇਆ ਮੋਹ ਆਦਿਕ ਵਿਕਾਰਾਂ ਦੀ ਚੋਟ ਤੋਂ ਭਾਵ ਸੱਟ ਨਹੀਂ ਖਾਂਦਾ। ਕੀ ਕਹਿੰਦੇ ਜਪਜੀ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਆ, ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਮਹਾਰਾਜ ਕਹਿੰਦੇ ਨੇ ਉਹ ਜਿਹੜੇ ਗੁਰਮੁਖ ਨੇ ਉਹ ਕਿਤੋਂ ਵੀ ਸੱਟ ਨਹੀਂ ਖਾਂਦੇ। ਮਾਇਆ ਦੀ ਚੋਟ, ਜਮਾਂ ਦੀ ਚੋਟ, ਉਹ ਕਈ ਪ੍ਰਕਾਰ ਦੇ ਦੰਡ ਕਹਿੰਦੇ ਨੇ, ਉਹ ਵੀ ਦੰਡ ਉਹਨਾਂ ਨੂੰ ਨਹੀਂ ਲੱਗਦੇ। ਪ੍ਰਤੱਖ ਵੀ ਚੋਟ ਨਹੀਂ ਲੱਗਦੀ। ਦੇਖੋ ਹੈਰਾਨਗੀ ਦੀ ਗੱਲ ਆ ਨਾ, ਬੰਦ ਕੱਟਿਆ ਜਾ ਰਿਹਾ ਸੀ ਤੱਕ ਨਹੀਂ, ਤਿਉੜੀ ਨਹੀਂ ਪਾਈ, ਕਿਉਂਕਿ ਆਤਮਾ ਸਰੀਰ ਨਾਲੋਂ ਵੀ ਵੱਖਰੀ ਕਰ ਲਈ। ਇਹ ਇੱਕ ਅਵਸਥਾ ਹੈ। ਹੁਣ ਆਪਾਂ ਕਿੱਥੇ ਕਰ ਸਕਦੇ ਹਾਂ, ਮਿਹਨਤ ਨਹੀਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਗੁਰਮੁਖ ਨਾਮ ਦਾਨ ਇਸਨਾਨ। ਗੁਰਮੁਖ ਜਿਹੜੇ ਗੁਰੂ ਅਨੁਸਾਰੀ ਸਿੱਖ ਨੇ ਨਾ, ਉਹ ਆਪ ਨਾਮ ਜਪਦੇ ਨੇ, ਹੋਰਨਾਂ ਨੂੰ ਨਾਮ ਦਿੰਦੇ ਨੇ, ਜਪਾਉਂਦੇ ਨੇ। ਉਹ ਜਿਹੜਾ ਅਸੂਲ ਹੈ ਨਾ ਪੰਜਾਂ ਪਿਆਰਿਆਂ ਤੋਂ ਨਾਮ ਦੀ ਪ੍ਰਾਪਤੀ, ਉਹ ਮੁੱਖ ਅਸੂਲ ਹੈ। ਜਿਵੇਂ ਸਕੂਲ ਦੇ ਵਿੱਚ ਐਡਮਿਸ਼ਨ ਬੜੀ ਜ਼ਰੂਰੀ ਹੈ। ਪੜ੍ਹਾਈ ਕਰਨ ਲਈ ਊੜਾ ਐੜਾ ਤੇ ਜਾਂ ABC ਆਦਿਕ ਸਿੱਖਣੀ ਮੁੱਢਲੀ ਚੀਜ਼ ਹੈ, ਮੁੱਢਲੀ ਗੱਲ ਹੈ। ਆਪਾਂ ਇਹ ਤੇ ਮਨ 'ਚ ਹੀ ਰੱਖਣਾ ਕਿ ਮੁੱਢਲੀ ਜਿਹੜੀ ਗੱਲ ਹੈ ਉਹ ਹੈ ਅੰਮ੍ਰਿਤ ਛਕਣਾ, 5 ਕਕਾਰ ਪਹਿਨਣੇ, ਕੁਰੈਤਾਂ ਤੋਂ ਬਚਣਾ, 5 ਬਾਣੀਆਂ ਪੜ੍ਹਨੀਆਂ। ਇਹ ਮੁੱਢਲੇ ਕਾਰਜ ਨੇ ਸਾਡੇ। ਹੁਣ ਇਹ ਕਥਾ ਉਦੋਂ ਬਾਅਦ ਹੀ ਸਮਝ ਲੈਣਾ ਕਿ ਉਹ ਤੇ ਹੈ ਹੀ ਹੈ ਨਾ। ਵਿਦਿਆਰਥੀ ਬਿਨਾਂ ਐਡਮਿਸ਼ਨ ਤੋਂ ਸਕੂਲ 'ਚ ਨਹੀਂ ਬਿਠਾਉਂਦੇ ਉਹਨੂੰ, ਉਹ ਤਾਂ ਪਹਿਲਾਂ ਹੈ ਹੀ, ਤਾਂ ਹੀ ਤਾਂ ਕਲਾਸ 'ਚ ਬੈਠਾ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਭਾਈ ਤੁਸੀਂ ਅੰਮ੍ਰਿਤ ਛਕਿਆ ਤਾਂ ਇਹ ਗੱਲ ਕਰ ਰਹੇ ਆ ਕਿ ਗੁਰਮੁਖ ਨਾਮ ਆਪ ਜਪਦਾ, ਹੋਰਨਾਂ ਨੂੰ ਨਾਮ ਜਪਾਉਂਦਾ, ਨਾਮਦਾਨ ਦਿੰਦਾ। ਕਿਉਂਕਿ ਗੁਰਮੁਖ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਇੱਕ ਵਾਰੀ ਵਾਹਿਗੁਰੂ ਸਾਡੇ ਹਿਰਦੇ 'ਚ ਵਸ ਜਾਂਦਾ। ਅਤੇ ਕਹਿੰਦੇ ਇਸ਼ਨਾਨ ਕਰਦਾ ਗੁਰਮੁਖ, ਆਪ ਇਸ਼ਨਾਨ ਕਰਨਾ। ਮਹਾਂਪੁਰਸ਼ ਐਸਾ ਹੀ ਕਰਦੇ ਨੇ, ਆਪ 2 ਵਜੇ ਉੱਠਣਾ, ਨਾਲਦਿਆਂ ਨੂੰ ਉਠਾਉਣਾ, ਕਰੋ ਭਾਈ ਇਸ਼ਨਾਨ, ਪੜ੍ਹੋ ਭਾਈ 5 ਬਾਣੀਆਂ, ਕਰੋ ਭਾਈ ਸੁਖਮਨੀ ਸਾਹਿਬ ਦਾ ਪਾਠ, ਮੱਥਾ ਟੇਕੋ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਵਰਤਾਓ ਭਾਈ ਲੰਗਰ, ਕਰੋ ਸੇਵਾ। ਕਿਉਂਕਿ ਗੁਰਮੁਖ ਜਿਹੜੇ ਹੁੰਦੇ ਨੇ ਉਹ ਕਰਮ ਕਰਦੇ ਨੇ ਤੇ ਕਰਵਾਉਂਦੇ ਨੇ। ਗੁਰਮੁਖ ਲਾਗੈ ਸਹਿਜ ਧਿਆਨ। ਗੁਰਮੁਖ ਰੱਬੀ ਦਰਗਾਹ ਦੇ ਵਿੱਚ ਆਦਰ ਵੀ ਪ੍ਰਾਪਤ ਕਰਦੇ ਨੇ ਗੁਰਮੁਖ, ਪਰ ਪਹਿਲਾਂ ਉਹਨਾਂ ਦਾ ਧਿਆਨ ਲੱਗਦਾ ਸਹਿਜੇ ਧਿਆਨ ਲੱਗਣ ਕਰਕੇ ਫਿਰ ਉਹਨਾਂ ਨੂੰ ਮਾਣ ਆਦਰ ਸਤਿਕਾਰ ਪ੍ਰਾਪਤ ਹੁੰਦਾ। ਕਿਉਂਕਿ ਆਪਾਂ ਕਹਿੰਦੇ ਮੇਰਾ ਧਿਆਨ ਨਹੀਂ ਲੱਗਦਾ ਨਾਮ ਦੇ ਵਿੱਚ। ਮਹਾਰਾਜ ਕਹਿੰਦੇ ਸੁਣਿਆ ਲਾਗੈ ਸਹਿਜ ਧਿਆਨ। ਨਾਮ ਨੂੰ ਸੁਣਨੇ ਕਰਕੇ ਸਹਿਜੇ ਧਿਆਨ, ਕਿਉਂ ਕੰਨਾਂ ਨਾਲ ਤੇ ਆਪਾਂ ਬਾਣੀ ਸੁਣਨੀ ਨਾ ਹੋਈ, ਤੇ ਨਾ ਤੇ ਆਪਾਂ ਕਦੇ ਕੰਨਾਂ ਨਾਲ ਬਾਣੀ ਸੁਣੀ, ਨਾ ਕਦੇ ਆਪਾਂ ਨੇ ਵਾਹਿਗੁਰੂ ਮੰਤਰ ਕੰਨਾਂ ਨਾਲ ਸੁਣਨਾ, ਫਿਰ ਮੂਲ ਮੰਤਰ ਨਹੀਂ ਸੁਣਨਾ, ਫਿਰ ਧਿਆਨ ਕਿਵੇਂ ਲੱਗਣਾ? ਧਿਆਨ ਉਦੋਂ ਲੱਗਦਾ ਜਦੋਂ ਆਪਾਂ ਧਿਆਨ ਦੇ ਨਾਲ ਅਰਦਾਸ 'ਚ ਖੜੇ ਹੋ ਕੇ ਧਿਆਨ ਕਰੀਏ। ਪ੍ਰਿਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਧਿਆਨ ਗੁਰੂ ਨਾਨਕ ਦੇਵ ਜੀ ਜਾਵੇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ। ਧਿਆਨ ਜਾਂਦਾ ਉੱਥੇ ਨੂੰ। 5 ਪਿਆਰਿਆਂ ਦੇ 9, 4 ਸਾਹਿਬਜ਼ਾਦਿਆਂ ਦੇ 40 ਮੁਕਤੇ ਹਠੀ ਜਪੀ ਤਪੀ ਧਿਆਨ ਜਾਂਦਾ। ਮੂਲ ਮੰਤਰ ਪੜ੍ਹਦਿਆਂ ਜਾਂਦਾ ਹੈ ਧਿਆਨ। ਸਤਨਾਮ ਦਾ ਭਾਵ ਕੀ ਹੈ? ਕਰਤਾ ਪੁਰਖ। ਇਉਂ ਸਾਡਾ ਧਿਆਨ ਜਦੋਂ ਜਾਂਦਾ ਹੈ ਨਾ, ਲਾਗੈ ਸਹਿਜ ਧਿਆਨ। ਸੁਣਨ ਨਾਲ ਸਹਿਜੇ ਧਿਆਨ ਲੱਗਦਾ। ਮਨ ਟਿਕਾਉਣਾ ਇਸੇ ਕਰਕੇ ਗੁਰੂ ਘਰ ਸੌਖਾ ਹੈ ਕਿ ਸੁਣੋ।
ਸੁਣਿਆ ਸਤ ਸੰਤੋਖ ਗਿਆਨ, ਗੁਰਮੁਖ ਪਾਵੈ ਦਰਗਹਿ ਮਾਨ। ਜਦੋਂ ਧਿਆਨ ਲੱਗ ਜਾਂਦਾ ਪ੍ਰਮਾਤਮਾ ਵੱਲ ਸਾਡਾ, ਉਹ ਧਿਆਨ ਹੀ ਮੰਗਦੇ ਨੇ। ਬਸ ਥੋੜਾ ਜਿਹਾ ਧਿਆਨ ਰੱਖੋ ਜ਼ਰੂਰ। ਧਿਆਨ ਰੱਖਦੇ ਆ, ਵਿਆਹ ਸ਼ਾਦੀਆਂ ਦੇ ਕਾਰਜ ਹੁੰਦੇ ਨੇ, ਘਰਾਂ ਵਿੱਚ ਹੋਰ ਕਾਰਜ ਹੁੰਦੇ ਨੇ, ਘਰ ਦਾ ਵੱਡਾ ਬਜ਼ੁਰਗ ਘਰ ਬੈਠਾ, ਆਪਾਂ ਉਹਦਾ ਧਿਆਨ ਰੱਖਦੇ ਆ ਕਿ ਪਹਿਲਾਂ ਉਹਨਾਂ ਨੂੰ ਪ੍ਰਸ਼ਾਦਾ ਛਕਾਓ, ਪਹਿਲਾਂ ਉਹਨਾਂ ਨੂੰ ਵਸਤਰ ਪਹਿਨਾਓ, ਉਹਨਾਂ ਨੂੰ ਐਂ ਕਰੋ। ਪਹਿਲਾਂ ਵੱਡੇ ਘਰ 'ਚ ਬੈਠੇ ਨੇ, ਵੱਡਿਆਂ ਨੂੰ ਪਹਿਲਾਂ ਲੈ ਕੇ ਤੁਰਦੇ ਆ ਨਾਲ, ਵੱਡਿਆਂ ਦਾ ਸਤਿਕਾਰ ਕਰਦੇ ਆ। ਪਰ ਵੱਡਾ ਤੇ ਹੈ ਪਰਮਾਤਮਾ, ਵੱਡਾ ਧੰਨ ਗੁਰੂ ਗ੍ਰੰਥ ਸਾਹਿਬ, ਵੱਡੇ ਗੁਰੂ ਨਾਨਕ ਦੇਵ ਜੀ, ਪਹਿਲਾਂ ਉਹਨਾਂ ਦਾ ਧਿਆਨ ਕਰੋ। ਕਿਤਨੇ ਸਿਆਣੇ ਗੁਰਸਿੱਖ ਨੇ ਕਿ ਕਿਸੇ ਵੀ ਕਾਰਜ ਵਿੱਚ ਪਹਿਲਾਂ ਗੁਰੂ ਗ੍ਰੰਥ ਸਾਹਿਬ ਲਈ ਸੁੰਦਰ ਰੁਮਾਲਾ ਸਾਹਿਬ ਖਰੀਦਦੇ ਨੇ। ਵਿਆਹ ਦੇ ਕੱਪੜੇ ਖਰੀਦਣ ਤੋਂ ਪਹਿਲਾਂ ਮੇਰੇ ਸਤਿਗੁਰੂ ਵਾਸਤੇ ਮੈਂ ਕੁਝ ਕਾਰਜ ਕਰਾਂ, ਕੋਈ ਵੀ ਕੰਮ ਕਰਨਾ ਹੈ। ਧੰਨ ਗੁਰੂ ਰਾਮਦਾਸ ਜੀ ਨੇ ਜਦੋਂ ਅੰਬ ਛਕਿਆ, ਧਿਆਨ ਕੀਤਾ ਗੁਰੂ ਅਮਰਦਾਸ ਜੀ ਨੇ, ਮੇਰੇ ਸਤਿਗੁਰੂ ਤੁਸੀਂ ਛਕੋ। ਗੋਬਿੰਦ ਭਾਉ ਭਗਤ ਦਾ ਭੁੱਖਾ, ਅੰਬ ਦਾ ਭੁੱਖਾ ਨਹੀਂ, ਭਾਉ ਭਗਤ ਦਾ ਭੁੱਖਾ। ਸਿਰਫ ਰੋਟੀ ਖਾਣ ਵੇਲੇ, ਚਾਹ ਪੀਣ ਵੇਲੇ, ਕੋਈ ਬਰਫੀ ਮਠਿਆਈ ਫਲ ਫਰੂਟ ਕੋ ਖਾਣ ਤੋਂ ਪਹਿਲਾਂ ਵੱਡਾ ਬੰਦਾ ਕੋਈ ਲਾਗੇ ਬੈਠਾ ਹੈ, ਕੀ ਕਹਿੰਦੇ ਆ, ਲਓ ਜੀ ਤੁਸੀਂ ਛਕੋ ਪਹਿਲਾਂ। ਜਾਂ ਤਾਂ ਉਹ ਵਿੱਚੋਂ ਲੈ ਲਵੇਗਾ, ਜਾਂ ਉਹ ਕਹੇਗਾ ਨਹੀਂ ਮੈਂ ਛਕ ਕੇ ਆਇਆ ਹਾਂ। ਉਹ ਇੰਨੇ 'ਚ ਖੁਸ਼ ਹੋ ਜਾਂਦਾ ਹੈ, ਫੁੱਲਿਆ ਨਹੀਂ ਸਮਾਉਂਦਾ, ਮੈਨੂੰ ਪੁੱਛਿਆ। ਤੇ ਜੇ ਲਾਗੇ ਬੈਠੇ ਨੂੰ ਪੁੱਛੋ ਹੀ ਨਾ ਤੇ ਆਪੇ ਹੀ ਖਾਣਾ ਸ਼ੁਰੂ ਕਰ ਦਿਓ, ਅਗਲਾ ਕਹਿੰਦਾ ਇਹ ਬੰਦੇ ਨੂੰ ਚੱਜ ਨਹੀਂ, ਇਹਨੂੰ ਅਕਲ ਨਹੀਂ, ਇਹਨੇ ਮੇਰੀ ਰਿਸਪੈਕਟ ਹੀ ਨਹੀਂ ਕੀਤੀ। ਜਦੋਂ ਵੀ ਕੋਈ ਕਰਮ ਕਰਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਨਤੀ ਕਰਨੀ ਕਿ ਮਹਾਰਾਜ ਜੀ ਇਹ ਤੁਸੀਂ ਛਕੋ, ਮਹਾਰਾਜ ਜੀ ਇਹ ਤਾਂ ਤੁਹਾਨੂੰ ਚੰਗਾ ਲੱਗਦਾ ਬਸਤਰ, ਕਹਿਣਾ ਹੀ ਹੈ। ਜਿਹੜਾ ਤਿੰਨਾਂ ਲੋਕਾਂ ਦਾ ਮਾਲਕ ਸਾਨੂੰ ਦਿੰਦਾ, ਉਹਨੂੰ ਤਾਂ ਕੋਈ ਵੀ ਇੱਛਾ ਨਹੀਂ ਹੈ, ਸਿਰਫ ਵੱਡਿਆਂ ਦਾ ਸਤਿਕਾਰ। ਬਸ ਇੰਨੇ 'ਚ ਹੀ ਸਤਿਗੁਰੂ ਪ੍ਰਸੰਨ ਹੁੰਦੇ, ਮੇਰੇ ਸਿੱਖ ਦਾ ਮੇਰੇ ਵੱਲ ਧਿਆਨ ਹੈ। ਬਾਜ਼ਾਰ ਵਿੱਚ ਆਪਾਂ ਜਾਂਦੇ ਹਾਂ, ਮਾਰਕੀਟ ਵਿੱਚ ਜਾਂਦੇ ਹਾਂ, ਕੋਈ ਚੰਗੀ ਚੀਜ਼ ਖਾਣ ਲੱਗਦੇ ਹਾਂ, ਨਵੀਂ ਸ਼ਾਦੀ ਹੋਈ ਹੈ, ਇਸਤਰੀ ਵਾਸਤੇ ਜ਼ਰੂਰ ਖਾਣ ਵਾਲੀ ਚੀਜ਼ ਲੈ ਕੇ ਜਾਂਦਾ ਕਿ ਉਹ ਇਹ ਸਵਾਦਲੀ ਚੀਜ਼ ਆਪਣੀ ਇਸਤਰੀ ਨੂੰ ਖਵਾਵਾਂ, ਧਿਆਨ ਜਾਂਦਾ ਉਹਦੇ 'ਚ। ਬੱਚੇ ਹੋ ਗਏ ਤਾਂ ਫਿਰ ਜਦੋਂ ਖਾਣ ਲੱਗਦੇ ਨੇ, ਕਿੰਨੀ ਦੂਰ ਬੈਠੇ ਹੋਈਏ, ਕਾਸ਼ ਮੇਰੇ ਬੱਚੇ ਵੀ ਇਹ ਮਠਿਆਈ ਖਾਂਦੇ, ਬੱਚਿਆਂ 'ਚ ਧਿਆਨ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਸਿੱਖ ਦਾ ਧਿਆਨ ਗੁਰੂ 'ਚ ਜਾਂਦਾ। ਜਦੋਂ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਲਾਹੌਰ ਗਏ ਸੀ, ਸੋਹਣਾ ਕੱਪੜਾ ਦੇਖ ਕੇ ਧਿਆਨ ਸਤਿਗੁਰੂ ਅਮਰਦਾਸ ਵਿੱਚ ਚਲਿਆ ਗਿਆ ਕਿ ਕਾਸ਼ ਇਹ ਬਸਤਰ ਸਾਹਿਬਾਂ ਵਾਸਤੇ ਲੈ ਜਾਂਦਾ ਤੇ ਉਹ ਪਹਿਨਦੇ ਸੁੰਦਰ ਚੋਗਾ ਤੇ ਮੈਨੂੰ ਵੀ ਸੋਹਣਾ ਲੱਗਦਾ। ਕਿਉਂ ਭਾਈ, ਕੀ ਇਹਦਾ ਮੁੱਲ ਹੈ? ਇਹ ਤੇ ਭਾਈ ਇੰਨੇ ਆਨੇ ਮੁੱਲ ਹੈ, ਇੰਨੇ ਕੱਪੜਾ ਲੱਗੇਗਾ। ਜੇਬ 'ਚ ਦੇਖਿਆ ਪੈਸੇ, ਭਈ ਹਲੇ ਇੰਨਾ ਮੈਂ ਮਾਇਆ ਨਾਲ ਨਹੀਂ ਲੈ ਕੇ ਆਇਆ। ਉਸ ਵਕਤ ਫਿਰ ਇੱਕ ਪ੍ਰੇਮ ਭਾਵਨਾ ਵਿੱਚ ਜੁੜ ਕੇ ਖੜੇ ਵੀ ਇੰਨਾ ਕੱਪੜਾ ਜੇ ਲੈ ਜਾਂਦਾ, ਉੱਥੇ ਸਵਾਉਂਦਾ, ਫਿਰ ਉਹਨਾਂ ਨੂੰ ਮੈਂ ਪਹਿਨਾਉਂਦਾ, ਉਹ ਇਸ ਤਰ੍ਹਾਂ ਪਾਉਂਦੇ ਤੇ ਤਣੀਆਂ ਕੱਸਦੇ ਤੇ ਐ ਸੋਹਣਾ ਲੱਗਣਾ। ਇੱਕ ਆਪਾਂ ਵੀ ਆਪਣੀ ਦੇਖੋ ਮਨੁੱਖ ਦੀ ਫਿਤਰਤ ਕੀ ਹੈ, ਕੱਪੜਾ ਖਰੀਦਣ ਵੇਲੇ ਨਾ ਇੱਕ ਘੜੀ ਆਪਾਂ ਇੱਕ ਸਕਿੰਟ ਅੱਖਾਂ ਜੀਆਂ ਬੰਦ ਕਰਕੇ ਉਹ ਕੱਪੜੇ ਨੂੰ ਇਮੈਜਿਨ ਕਰਦੇ ਵੀ ਜੇ ਮੇਰੇ ਪਾਇਆ ਹੋਵੇ ਸੂਟ ਤਾਂ ਕਿੰਨਾ ਸੋਹਣਾ ਲੱਗੇਗਾ। ਫਿਰ ਸਿਲੈਕਟ ਕਰਦੇ ਆ ਕੱਪੜਾ, ਜਚੇਗਾ ਤਾਂ ਵੈਸੇ ਬਹੁਤ। ਇਸਤਰੀ ਕਹੇ ਕਿਉਂ ਜੀ ਇਹ ਸੂਟ ਮੈਨੂੰ ਕਿਵੇਂ ਲੱਗੇਗਾ? ਕਹਿੰਦੇ ਜਚੇਗਾ ਤਾਂ ਬਹੁਤ। ਮੈਂ ਹੁਣ ਦੇਖਿਆ ਧਿਆਨ ਕਰਕੇ ਵੀ ਜੇ ਪਾਇਆ, ਪਤੀ ਪੁੱਛਦਾ ਮੈਨੂੰ ਇਹ ਕਿਵੇਂ ਲੱਗੇਗਾ? ਕਹਿੰਦੇ ਇਹ ਦਸਤਾਰ ਤੁਹਾਨੂੰ ਬਹੁਤ ਜਚੇਗੀ, ਇਹ ਮੈਚ ਕਰਦੀ ਆ ਕਮੀਜ਼ ਦੇ ਨਾਲ। ਮਹਾਰਾਜ ਕਹਿੰਦੇ ਨੇ ਗੁਰਸਿੱਖ ਦਾ ਧਿਆਨ ਹਮੇਸ਼ਾ ਸਤਿਗੁਰੂ ਵੱਲ ਹੁੰਦਾ ਹੈ। ਮਾਇਆ ਮੋਹ ਮਮਤਾ ਤੋਂ ਉੱਤੇ ਉੱਠ ਕੇ ਉਹ ਸਤਿਗੁਰੂ ਵੱਲ ਧਿਆਨ ਕਰਦਾ ਹੈ। ਅੰਬ ਲੈ ਲਿਆ ਬੜਾ ਸੋਹਣਾ ਅਗੇਤਰਾ ਚੇਤ ਦੇ ਮਹੀਨੇ 'ਚ, ਰਾਹ 'ਚ ਜਾਂਦਿਆਂ ਹੁਣ ਅੰਬ ਹੱਥ 'ਚ ਪਕੜਿਆ ਹੋਇਆ, ਫੁੱਟਣ ਲੱਗ ਪਿਆ, ਵਿੱਚੋਂ ਰਸਣ ਲੱਗ ਪਿਆ। 6-7 ਕਿਲੋਮੀਟਰ ਪਹਿਲਾਂ ਹੀ ਸੋਚਿਆ ਉੱਥੇ ਤੱਕ, ਕਿਉਂ ਪੈਦਲ ਕੇ ਜਾਣਾ ਸੀ ਨਾ, ਕਿਹੜਾ ਵੀ ਕਾਰਾਂ ਸੀ ਉਦੋਂ, ਗਰਮੀਆਂ ਦੀ ਰੁੱਤ। ਕਹਿਣ ਲੱਗੇ ਹੁਣ ਤੇ ਫਟ ਚੱਲਿਆ ਹੈ, ਚਲੋ ਧੋਤਾ ਅੰਬ ਧੋ ਕੇ ਫਿਰ ਗੁਰੂ ਅਮਰਦਾਸ ਜੀ ਦਾ ਧਿਆਨ ਕਰਕੇ ਮਹਾਰਾਜ ਤੁਸੀਂ ਛਕੋ। ਧਿਆਨ ਕਰਕੇ ਧੰਨ ਗੁਰੂ ਅਮਰਦਾਸ ਕਹਿ ਕੇ, ਵਾਹਿਗੁਰੂ ਕਹਿ ਕੇ ਉਹ ਅੰਬ ਚੂਪ ਲਿਆ।
ਇਧਰੋਂ ਸਤਿਗੁਰੂ ਅਮਰਦਾਸ ਜੀ ਜਿਵੇਂ ਅੰਬ ਦੀ ਗੁਠਲੀ ਚੂਪਦੇ ਨੇ, ਇਉਂ ਚੂਪਣ ਦੀ ਕਿਰਿਆ ਕੀਤੀ ਭਾਈ ਬੱਲੂ। ਹੁਣ ਇਹ ਰੂਹਾਨੀ ਚੀਜ਼ਾਂ ਆ ਜਾਂਦੀਆਂ, ਆਮ ਬੰਦੇ ਨੂੰ ਇਹ ਤੇ ਭਰੋਸਾ ਨਹੀਂ ਆਉਂਦਾ, ਦੇਖਿਆ ਹੀ ਅਸਲ ਭਰੋਸਾ ਆਉਂਦਾ। ਹਾਲੇ ਵੀ ਗਿਟਕ ਰੱਖਦੇ ਆ, ਹੁਣ ਭਾਈ ਜੇਠਾ ਆ ਰਿਹਾ, ਉਹਨੂੰ ਦਿਖਾਵਾਂਗੇ। ਸੋ ਕਹਿਣ ਦਾ ਭਾਵ ਹੈ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਕੋਈ ਸਾਡੀਆਂ ਚੀਜ਼ਾਂ ਦਾ ਭੁੱਖਾ ਨਹੀਂ। ਭਾਵਨਾ ਨਾਲ ਇੱਕ ਵਾਰ ਜੇ ਧਿਆਨ ਕਰ ਲਈਏ ਸੱਚੇ ਪਾਤਸ਼ਾਹ, ਕਿਉਂਕਿ ਆਮ ਪੁਰਾਤਨ ਰਿਵਾਜ ਮਹਾਂਪੁਰਸ਼ਾਂ ਨਾਲ ਰਹਿੰਦਿਆਂ ਦੇਖਿਆ ਕੋਈ ਨਵਾਂ ਵਸਤਰ ਸਮਾਉਣਾ। ਸੋ ਅਚਾਨਕ ਇੱਕ ਵਾਰੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਆਪਣਾ ਨਵਾਂ ਚੋਲਾ ਸਮਾਇਆ। ਗੁਰਦਾਸਪੁਰ ਦੀ ਗੱਲ ਹੈ। ਮੈਂ ਸਵੇਰੇ ਹਲੇ ਸੁੱਤਾ ਉੱਠ ਕੇ ਉਧਰੋਂ, ਜਿਵੇਂ ਬੰਦਾ ਸੁੱਤਾ ਵੇਸਲਾ ਜੇ ਹੁੰਦਾ, ਬਾਹਰ ਹੀ ਨਿਕਲਿਆ। ਬਾਹਰ ਨਲਕੇ ਤੇ ਇਸ਼ਨਾਨ ਕਰਦਿਆਂ ਇੱਕਦਮ ਉਹ ਚੋਲਾ ਜਿਹੜਾ ਸੀ ਮੇਰੇ ਗੋਡਿਆਂ ਨੂੰ ਲਾਤਾ। ਮੈਂ ਇੱਕਦਮ ਅੱਖਾਂ ਖੋਲ ਕੇ ਬੜਾ ਭੈ ਭੀਜਿਆ ਹੋਇਆ ਵੀ ਇਹ ਕੀ। ਮੈਂ ਕਿਹਾ ਮਹਾਰਾਜ ਇਹ ਕੀ ਗੱਲ? ਕਹਿੰਦੇ ਨਵਾਂ ਚੋਲਾ ਸਮਾਇਆ ਭਾਈ, ਪਹਿਲਾਂ ਸਿੰਘੋ ਤੁਹਾਨੂੰ ਪਵੇ ਫੇਰ ਮੈਨੂੰ ਪਵੇ। ਵਾਹਿਗੁਰੂ ਆਖੋ। ਇਤਨੀ ਸ਼ਰਧਾ ਸੀ ਖਾਲਸੇ ਤੇ ਸਿੰਘਾਂ ਤੇ। ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰਦਾ ਸਿੱਖ, ਪੜ੍ਹਦਾ ਕਿ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮਹਿੰਡਾ ਨਾਨਕ ਸਾਰ ਨਾ ਜਾਣਾ ਤੇਰੀ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਹ ਚੀਜ਼ਾਂ ਧਿਆਨ ਦੇ ਕੇ ਨੋਟ ਕਰਨ ਵਾਲੀਆਂ ਨੇ। ਆਪਾਂ ਤਾਂ ਕੱਪੜਾ ਪਾਉਣ ਲੱਗਿਆ ਮਿੰਟ ਨਹੀਂ ਲਾਉਂਦੇ। ਕਦੇ ਸਤਿਗੁਰੂ ਦਾ ਧਿਆਨ ਹੀ ਨਹੀਂ ਆਇਆ ਕਿ ਮਹਾਰਾਜ ਨਵਾਂ ਕੱਪੜਾ ਹੈ, ਸੋ ਖੰਡਣਾ ਹੋਵੇ, ਨਵਾਂ ਮਕਾਨ ਹੈ, ਚਲੋ ਉਹ ਤਾਂ ਝੱਟ ਕਰ ਲੈਂਦੇ ਆ। ਨਵੀਂ ਗੱਡੀ ਹੈ, ਕਦੇ ਖਿਆਲ ਆਇਆ ਕਿ ਨਵੀਂ ਗੱਡੀ ਲਈ ਪਹਿਲਾਂ ਗੁਰੂ ਗ੍ਰੰਥ ਸਾਹਿਬ ਚਰਨ ਪਾਉਣ, ਜਾਂ ਪਹਿਲਾਂ 5 ਸਿੰਘ ਬਿਠਾ ਕੇ ਉਹਨਾਂ ਨੂੰ ਸੇਵਾ ਕਰੀਏ। ਆਪ ਸਾਰਾ ਟੱਬਰ ਬਹਿਣ ਦੀ ਕਰਦਾ ਵੀ ਨਵੀਂ ਗੱਡੀ ਲਈ ਆ। ਵੱਡਿਆਂ ਦਾ ਸਤਿਕਾਰ ਪਹਿਲਾਂ, 5 ਪਿਆਰਿਆਂ ਦਾ ਸਤਿਕਾਰ ਜਿਹੜਾ ਹੋਣਾ ਹੈ ਨਾ, ਇਹ ਬਹੁਤ ਜ਼ਿਆਦਾ ਸਤਿਕਾਰ ਕਰਨਾ। ਕਿਉਂ? ਤੁਹਾਨੂੰ ਪਤਾ ਹੋਣਾ ਚਾਹੀਦਾ। ਮੈਂ ਭਾਵੇਂ ਗਲਤੀ ਵੀ ਕਰ ਰਿਹਾ ਹਾਂ ਤਾਂ ਮਾਫ ਕਰਨਾ, ਪਰ ਮੈਂ ਤੁਹਾਨੂੰ ਸੰਗਤ ਨੂੰ ਇਹ ਬੇਨਤੀ ਦਾਸ ਕਰਦਾ, ਮੈਂ ਗਲਤੀ ਨਾਲ ਮੇਰੇ ਮੂੰਹ ਚੋਂ ਨਿਕਲ ਗਿਆ, ਮਾਫ ਕਰਨਾ। ਮੈਨੂੰ ਹੁਕਮ ਹੀ ਆ ਕਿ ਦਾਸ ਹੀ ਕਹਿਣਾ, ਮੈਂ ਨਹੀਂ ਕਹਿਣਾ। ਜਦੋਂ ਚਮਕੌਰ ਦੀ ਗੜੀ ਵਿੱਚ 5 ਸਿੰਘਾਂ ਦੇ ਅੱਗੇ ਨਾਲੀਅਰ 5 ਪੈਸੇ ਰੱਖ ਕੇ 5 ਪ੍ਰਕਰਮਾ ਕਰਕੇ 5 ਵਾਰੀ 10ਵੇਂ ਪਾਤਸ਼ਾਹ ਨੇ ਮਸਤਕ ਨਵਾਇਆ। ਗੁਰਤਾ ਗੱਦੀ ਖਾਲਸੇ ਨੂੰ ਦੇਤੀ ਹੈ। 11ਵੇਂ ਥਾਂ ਖਾਲਸਾ ਆ ਗਿਆ ਨਾ। ਪਤਾ ਨਹੀਂ ਮੈਂ ਗਲਤੀ ਹੋਵਾਂ ਕਿ ਠੀਕ ਹੈ, ਵਿਚਾਰ ਕਰ ਲਿਓ। 12ਵੀਂ ਵਾਰੀ ਫੇਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਾਤ ਬਖਸ਼ਿਸ਼ ਕੀਤੀ, ਉਦੋਂ 5 ਨੂੰ ਫੇਰ ਵਿੱਚ ਖੜਾ ਲਿਆ। 5 ਸਿੰਘਾਂ ਨੂੰ। 5 ਦਾ ਸਤਿਕਾਰ ਬਹੁਤ ਜ਼ਰੂਰੀ ਹੈ। ਕਿਸੇ ਸਿੰਘ ਨੂੰ ਮਹਾਰਾਜ ਦਰਸ਼ਨ ਹੋਏ ਸੀ 10ਵੇਂ ਪਾਤਸ਼ਾਹ ਦੇ। ਮਹਾਰਾਜ ਨੇ ਕਿਹਾ ਸੀ ਜਿੱਥੇ 5 ਪਿਆਰੇ ਤਿਆਰ ਪ੍ਰਤਿਆਰ ਖਾਲਸਾ ਹੁੰਦਾ ਨਾ, ਉੱਥੇ 10 ਸਰੂਪ ਹਾਜ਼ਰ ਹੁੰਦੇ ਨੇ, ਧਿਆਨ ਰੱਖਿਆ ਕਰੋ। ਪਰ ਇਹ ਵੀ ਹੁਣ ਤੇ ਜਣੇ ਖਣੇ ਨੂੰ ਆ ਦੇਖਿਆ ਕਈ ਥਾਈਂ ਪਿੰਡਾਂ ਵਿੱਚ ਉਹੀ 5 ਪਿਆਰਾ, ਆ ਵੀ ਤੇਰੇ ਚੱਲ ਦਾੜੀ ਰੱਖੀ ਆ ਜਾ ਲੱਗ ਜਾ ਬਈ। ਅਮਰ ਛਕਿਆ ਕਿ ਨਹੀਂ ਛਕਿਆ ਇਹ ਨਹੀਂ ਪਤਾ, ਪੀਲਾ ਚੋਲਾ ਪਵਾਤਾ। ਆਪਾਂ ਵੀ ਤਾਂ ਫਿਰ ਮਰਿਆਦਾ ਨੂੰ ਐਵੇਂ ਹੀ ਰੋਲ ਦਿੰਦੇ ਆ ਨਾ, ਪੂਰਨ ਮਰਿਆਦਾ ਨਹੀਂ ਹੈਗੀ। ਸਤਿਕਾਰ ਜਦੋਂ 5 ਦਾ ਕਰਾਂਗੇ, ਸਤਿਕਾਰ ਜਦੋਂ ਕੀਰਤਨੀਆਂ ਦਾ ਕਰਾਂਗੇ, ਸਤਿਕਾਰ ਜਦੋਂ ਗੁਰਮੁਖ ਪਿਆਰਿਆਂ ਦਾ, ਜਿਹੜੇ ਸਤਿਕਾਰ ਕਰਨ ਵਾਲੇ ਨੇ, ਸਤਿਕਾਰ ਉਹਨਾਂ ਦਾ ਕਰੋ। ਗੁਰੂ ਸਾਹਿਬ ਦਾ, 5 ਪਿਆਰਿਆਂ ਦਾ, ਗੁਰੂ ਘਰ ਦਾ। ਦੇਖੋ ਮਹਾਰਾਜਾ ਰਣਜੀਤ ਸਿੰਘ ਚਾਹੇ ਕਿਵੇਂ ਵੀ ਸੀ, ਜਿੱਥੇ ਜਾਣਾ ਪਹਿਲਾਂ ਕਹਿ ਦੇਣਾ ਭਾਈ ਕਾਬਲ ਕੰਧਾਰ ਤੱਕ ਜਾਂਦੇ ਜਾਂ ਕਿਤੇ ਹੋਰ, ਭਾਈ ਮੇਰੇ ਪਲੰਗ ਅੰਦੇ ਜਿੱਧਰ ਨੂੰ ਮੈਂ ਪੈਰ ਕਰਨੇ ਉਹ ਹਰਮੰਦਰ ਸਾਹਿਬ ਵੱਲ ਨਾ ਹੋਣ, ਇਹ ਦਿਸ਼ਾ ਦਾ ਧਿਆਨ ਰੱਖ ਲੈ। ਇੱਕ ਸਿੱਖ ਦੀ ਸ਼ਰਧਾ ਹੀ ਹੁੰਦੀ ਆ। ਆਪਣੇ ਤੇ ਗੁਰਦੁਆਰੇ ਜਿਹੜੇ ਕਮਰੇ ਬਣੇ ਆ, ਉੱਥੇ ਜਿਹੜੇ ਪਏ ਹੁੰਦੇ ਨੇ, ਕਿਤੇ ਵੀ ਆ ਸਰਾਵਾਂ ਸਰੂਵਾਂ 'ਚ ਵੀ ਪੈਰ ਹਰਮੰਦਰ ਸਾਹਿਬ ਵੱਲ ਕਰਕੇ ਸੌਣਗੇ ਵੀ ਉਹ ਤਾਂ ਕੀ ਪ੍ਰਭਾਵ ਹੈ, ਉਹ ਤਾਂ ਵਿਚਾਲੇ ਤਾਂ ਕੰਧ ਹੈ ਜੀ। ਜਿੰਨੀ ਕੁ ਫਿਰ ਸ਼ਰਧਾ ਉਹਨਾਂ ਕੁ ਫਲ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਤਾਈਓ ਦਰਗਾਹ 'ਚ ਮਾਨ ਪਾਉਂਦੇ ਨੇ, ਜਿੰਨਾ ਗੁਰੂ ਦਾ ਮਾਣ ਕਰਨਾ। ਜਿਨ ਨਾਨਕ ਸਤਿਗੁਰ ਪੂਜਿਆ ਤੇ ਹਰ ਪੂਜ ਕਰਾਵਾ। ਧੰਨ ਗੁਰੂ ਅਰਜਨ ਦੇਵ ਜੀ ਪਲੰਗ ਦੇ ਥੱਲੇ ਕੱਪੜਾ ਵਿਛਾ ਕੇ ਉੱਥੇ ਬਿਰਾਜਮਾਨ ਹੋਏ ਨੇ, ਗੁਰੂ ਗ੍ਰੰਥ ਸਾਹਿਬ ਉੱਪਰ ਸੁਸ਼ੋਭਿਤ ਹੋਏ ਨੇ। ਦੇਖ ਲਓ ਕਿੰਨਾ ਸਤਿਕਾਰ ਹੋਇਆ। ਗੁਰਮੁਖ ਭਉ ਭੰਜਨ ਪ੍ਰਧਾਨ, ਗੁਰਮੁਖ ਭੈ ਨਾਸ ਕਰਨ ਵਾਲੇ ਪ੍ਰਧਾਨ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ। ਭਾਵ ਗੁਰਮੁਖ ਜਿਹੜੇ ਨੇ ਨਾ, ਉਹ ਖੁਦ ਵੀ ਪ੍ਰਧਾਨ ਰੂਪ ਹੀ ਹੋ ਜਾਂਦੇ ਨੇ। ਭਉ ਭੰਜਨ ਇਹ ਅਸਲ ਵਿੱਚ ਇੱਕ ਚੀਜ਼ ਹੋ ਜਾਂਦੀ, ਜਦੋਂ ਗੁਰਮੁਖ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਨਾ
ਕਿ ਜਦੋਂ ਖਾਲਸਾ ਜਿਹੜਾ ਹੈ, ਖਾਲਸਾ ਮੇਰਾ ਰੂਪ ਹੈ ਖਾਸ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਇਹ ਅਸਲ ਵਿੱਚ ਮੈਂ ਕਥਨ ਕਰਾਂ ਕੋਈ ਗੱਲ ਤੁਸੀਂ ਸੁਣੋ ਤਾਂ ਤੁਹਾਨੂੰ ਯਕੀਨ ਨਹੀਂ ਆਵੇਗਾ, ਪਰ ਸੱਚ ਕਰਕੇ ਜਾਣਿਓ ਜਦੋਂ ਗੁਰਮੁਖ ਦੀ ਅਵਸਥਾ ਬਣਦੀ ਹੈ ਤਾਂ ਗੁਰਮੁਖ ਵਿੱਚ, ਗੁਰੂ ਵਿੱਚ, ਪਰਮੇਸ਼ਰ ਤਿੰਨਾਂ ਵਿੱਚ ਕੋਈ ਫਰਕ ਨਹੀਂ ਰਹਿੰਦਾ, ਕਿਉਂਕਿ ਉਹ ਪ੍ਰਕਾਸ਼ ਵੱਡੇ ਸਮੁੰਦਰ ਚੋਂ ਨਦੀ ਵਿੱਚ ਜਦੋਂ ਪਾਣੀ ਆਉਂਦਾ ਇੱਕੋ ਰੂਪ ਹੈ ਨਾ। ਨਦੀ ਦਾ ਪਾਣੀ ਜਦੋਂ ਝੀਲ ਵਿੱਚ ਚਲਿਆ ਜਾਂਦਾ, ਲੇਖ ਵਿੱਚ ਚਲਿਆ ਜਾਂਦਾ ਤਾਂ ਉਹ ਕਿੱਡੀ ਵੱਡੀ, ਉਹ ਵੀ ਇੱਕੋ ਹੀ ਰੂਪ ਹੈ। ਇਹ ਫਿਰ ਇੱਕੋ ਹੀ ਰੂਪ ਹੋ ਜਾਇਆ ਕਰਦੇ ਨੇ। ਇਹ ਇੰਨਾ ਹੀ ਕਥਨ ਬਹੁਤ ਹੈ, ਕਿਉਂਕਿ ਇਹ ਤਾਂ ਗੁਰਮੁਖਾਂ ਨੂੰ ਜਿਨ੍ਹਾਂ ਦੀ ਅਵਸਥਾ ਬਣਦੀ ਪ੍ਰਕਾਸ਼ ਦਿਖਦਾ ਇਹ ਅਵਸਥਾ ਦਾ, ਤਾਂ ਉਹਨਾਂ ਨੂੰ ਗਿਆਨ ਹੈ। ਸਾਰੀ ਦੁਨੀਆ ਨੂੰ ਇਹ ਗਿਆਨ ਨਹੀਂ ਹੋ ਸਕਦਾ। ਗੁਰਮੁਖ ਕਰਨੀ ਕਾਰ ਕਰਾਏ। ਗੁਰਮੁਖ ਸਤਿਗੁਰੂ ਦੀ ਦੱਸੀ ਹੋਈ ਜਿਹੜੀ ਕਾਰ ਹੈ ਨਾ, ਆਪ ਨਾਮ ਜਪਣਾ ਤੇ ਹੋਰਨਾਂ ਨੂੰ ਜਪਾਉਣਾ, ਇਹ ਕਾਰ ਕਰਾਉਂਦਾ। ਕਾਰ ਸੇਵਾ ਕਰਨੀ, ਕਾਰ ਸੇਵਾ ਕਰਾਉਣੀ। ਲੰਗਰ ਤਿਆਰ ਕਰਨਾ, ਲੰਗਰ ਤਿਆਰ ਕਰਵਾਉਣਾ, ਲੰਗਰ ਵਰਤਾਉਣਾ, ਭਾਂਡੇ ਮਾਂਜਣੇ। ਕਿਉਂਕਿ ਆਪਣੇ ਬਈ ਗੁਰੂ ਘਰ ਵਿੱਚ ਆਪਾਂ ਜੇ ਸਿੱਖੀ ਦੀ ਪ੍ਰਾਪਤੀ ਕਰਨੀ, ਚਾਹੇ ਹੁਣ ਐਵੇਂ ਕਹਿ ਲਈ ਕਿ ਫਲਾਨਾ ਬੜਾ ਅਮੀਰ, ਨਹੀਂ, ਬ੍ਰਹਮ ਗਿਆਨੀ ਨਾਲੋਂ ਅਮੀਰ ਕੋਈ ਨਹੀਂ ਹੁੰਦਾ। ਸੰਤ ਬਾਬਾ ਹਰਨਾਮ ਸਿੰਘ ਜੀ ਹਜੂਰ ਸਾਹਿਬ ਵਾਲੇ ਪਹਿਲਾਂ ਜਿਹੜੇ ਹੁੰਦੇ ਸੀ ਮਹਾਂਪੁਰਖ, ਰਾਤ ਨੂੰ ਹਨੇਰੇ 'ਚ ਬਹਿ ਕੇ 12 ਵਜੇ ਟੱਬ ਭਰ ਕੇ ਜੂਠੇ ਭਾਂਡਿਆਂ ਦਾ ਮਾਂਜਣਾ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਰਾਤ ਨੂੰ ਜੂਠੇ ਭਾਂਡੇ ਮਾਂਜਦੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸੇ ਰਾਤ ਨੂੰ ਲੁਕ ਕੇ ਜੂਠੇ ਭਾਂਡੇ ਮਾਂਜਣੇ। ਸੰਤ ਬਾਬਾ ਜਰਨੈਲ ਸਿੰਘ ਰਾਤ ਨੂੰ 12 ਵਜੇ ਸਿੰਘਾਂ ਦੇ ਜੋੜੇ ਝਾੜਦੇ। ਮੈਨੂੰ ਪਤਾ ਨਾ, ਮੈਂ ਨਾਲ ਹੀ ਹੁੰਦਾ ਸੀ। ਇਹੀ ਕਹਿੰਦੇ ਸੀ ਜੋੜੇ ਝਾੜਨੇ ਆਪਾਂ, ਵੱਧ ਤੋਂ ਵੱਧ ਸੰਗਤ ਦੇ ਮੈਲੇ ਕਸ਼ਹਿਰੇ ਧੋਣੇ ਆ, ਜੂਠੇ ਭਾਂਡੇ ਮਾਂਜਣੇ ਆ, ਦਰੀਆਂ ਝਾੜਨੀਆਂ। ਇਹ ਚੀਜ਼ਾਂ ਜਿਹੜੀਆਂ ਪਿੱਛੋਂ ਹੀ ਸਾਡੀ ਰਵਾਇਤ ਵਿੱਚ ਨੇ। ਮਾਤਾ ਜੀ ਨੇ ਜਿਵੇਂ ਬੇਨਤੀ ਕੀਤੀ, ਮਾਤਾ ਜੀਤ ਕੌਰ ਜੀ ਨੇ, ਨਾਮ ਮਾਤਾ ਜੀਤੋ ਜੀ ਸੀ, ਅੰਮ੍ਰਿਤ ਛਕ ਕੇ ਜੀਤ ਕੌਰ ਬਣਿਆ, ਮਾਤਾ ਜੀਤ ਕੌਰ ਜੱਜੇ ਨਾਲ। ਜਦੋਂ ਮਾਤਾ ਸੁੰਦਰ ਕੌਰ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਸੋਹਣੇ ਸਾਹਿਬਜ਼ਾਦੇ ਵਿਹੜੇ 'ਚ ਖੇਡਦੇ, ਮਾਤਾ ਜੀਤ ਕੌਰ ਦੇ ਮਨ ਦਾ ਚਾਅ ਆਇਆ, ਮਹਾਰਾਜ ਮੈਨੂੰ ਵੀ ਲਾਲ ਬਖਸ਼ੋ, ਮੇਰੇ ਵਿਹੜੇ ਚਾਨਣ ਹੋਵੇ। ਉਦੋਂ ਮਹਾਰਾਜ ਨੇ ਬਚਨ ਕੀਤਾ ਸੀ ਕਿ ਲਾਲ ਲੈਣਾ ਤਾਂ ਸੰਗਤ ਦੀ ਸੇਵਾ 'ਚੋਂ ਮਿਲਣਾ, ਸਾਡੇ ਕੋਲ ਲਾਲ ਨਹੀਂ, ਸੇਵਾ 'ਚੋਂ ਮਿਲਣਾ। ਨਾਲੇ ਏਡੇ ਵੱਡੇ ਸਤਿਗੁਰੂ ਦੇਖੋ, ਕਹਿ ਸਕਦੇ ਸੀ ਚੱਲ ਸਾਡੇ ਮਹਿਲ ਨੇ, ਅਸੀਂ ਸਭ ਕੁਝ ਦੇ ਸਕਦੇ, ਨਹੀਂ, ਮਰਿਆਦਾ ਭੰਗ ਨਹੀਂ ਕੀਤੀ, ਸੇਵਾ ਤੋਂ ਮੇਵਾ ਮਿਲਦਾ। ਧੰਨ ਮਾਤਾ ਜੀਤ ਕੌਰ ਜੀ ਸਵੇਰੇ ਇਸ਼ਨਾਨ ਕਰਕੇ 2 ਵਜੇ ਲੰਗਰ 'ਚ ਚਲੇ ਜਾਣਾ, ਨਿਤਨੇਮ ਕਰਨਾ, ਝਾੜੂ ਦੇਣਾ, ਤੱਪੜ ਝਾੜਨੇ, ਸਾਰਾ ਕੁਝ ਕਰਨਾ, ਲੇਪਾ ਪੋਚਾ ਕਰਕੇ ਆਟਾ ਫਿਰ ਗੁੰਨਣਾ, ਫਿਰ ਦਾਲਾਂ ਬਣਾ ਦੇਣੀਆਂ, ਪਾਣੀ ਗਰਮ ਕਰ ਦੇਣੇ, ਰਾਤ ਤੱਕ ਲੰਗਰ ਸੇਵਾ। 1 ਸਾਲ ਭਰ ਜਦੋਂ ਸੇਵਾ ਕੀਤੀ ਤਾਂ ਸਾਲ ਬਾਅਦ ਆਪੇ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਹੁਣ ਲਾਲ ਆਵੇਗਾ, ਕਿਉਂਕਿ ਸੰਗਤ ਦੀ ਸੇਵਾ ਕੀਤੀ ਹੈ। ਆ ਜਦੋਂ ਕਈ ਕਹਿੰਦੇ ਸਾਡੇ ਔਲਾਦ ਨਹੀਂ, ਉਹਨਾਂ ਨੂੰ ਜੇ ਕਹੀਏ ਗੁਰਦੁਆਰੇ ਝਾੜੂ ਦਿਓ, ਜੋੜੇ ਝਾੜੋ, ਘਿਰਨਾ ਜੀ ਮੰਨਦੇ ਨੇ। ਜਦ ਸਾਡੇ ਮਾਤਾ ਜੀ ਇੰਨੇ ਵੱਡੇ ਬ੍ਰਹਮ ਗਿਆਨੀ ਮਾਤਾ ਜੀ, ਮਾਤਾ ਜੀਤ ਕੌਰ ਨੇ ਸੇਵਾ ਕੀਤੀ, ਮਾਤਾ ਸਾਹਿਬ ਕੌਰ ਜੀ ਨੇ ਸੇਵਾ ਕੀਤੀ, ਮਾਤਾ ਸੁੰਦਰ ਕੌਰ ਜੀ ਨੇ ਸੇਵਾ ਕੀਤੀ ਹੈ, ਆਪਾਂ ਨੂੰ ਪਤਾ ਨਹੀਂ ਕਿਉਂ ਸੰਗ ਲੱਗਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ ਪਿਪਲੀ ਸਾਹਿਬ ਵਾਲੇ ਸਥਾਨ ਤੇ ਜਦੋਂ ਕਾਬਲ ਕੰਧਾਰ ਤੋਂ ਸੰਗਤ ਆਈ ਸੀ, ਆਪ ਪੱਖਾ ਕੀਤਾ ਰਾਤ ਨੂੰ, ਕੂਕ ਸੁੱਤੇ ਥੱਕੇ ਹੋਏ ਸੀ ਸਾਰੇ, ਆਪ ਆਪਣੇ ਗਲ ਵਾਲੇ ਪਰਨੇ ਨਾਲ ਸਾਰਿਆਂ ਦੇ ਪਿੰਜਣੀਆਂ ਲੱਤਾਂ ਤੋਂ ਝਾੜਨਾ ਕੀਤੀ ਮਿੱਟੀ। ਰਾਤ ਨੂੰ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਕਿਹਾ ਤੂੰ ਪੱਖਾ ਕਰ, ਮੈਂ ਸੰਗਤਾਂ ਦੇ ਜਿਹੜਾ ਚਰਨ ਘੁੱਟ ਲਵਾਂ। ਲੱਤਾਂ ਘੁੱਟੀਆਂ ਆਪ ਸਾਰਿਆਂ ਦੀਆਂ, ਬਈ ਥੱਕੇ ਹੋਏ ਆਏ ਨੇ ਗੁਰੂ ਨਾਨਕ ਦੀ ਸੰਗਤ। ਉਹ ਖੈਰ ਬੜੀ ਨਿਮਰਤਾ ਦੀ ਇੱਕ ਗੱਲ ਹੈ, ਸੁਣ ਕੇ ਹੀ ਆਪਾਂ ਨੂੰ ਪਹਿਲਾਂ ਤਾਂ ਹੈਰਾਨਗੀ ਹੁੰਦੀ ਹੈ ਵੀ ਹੋ ਵੀ ਸਕਦਾ। ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਿਖਾਉਣਾ ਸੀ, ਸਿਖਾਉਣ ਵਾਸਤੇ ਹੀ ਸਾਰਾ ਕਰਮ ਕੀਤਾ ਮਹਾਰਾਜ ਜੀ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰਮੁਖ ਕਾਰ ਕਰਦੇ ਨੇ ਤੇ ਕਰਵਾਉਣੇ। ਸਤਿਗੁਰੂ ਨੇ ਕਾਰ ਗੁਰਮੁਖਾਂ ਵਾਲੀ ਕਰਕੇ ਸਾਨੂੰ ਇੱਕ ਰਸਤੇ ਪਾ ਦਿੱਤਾ ਹੈ। ਨਾਨਕ ਗੁਰਮੁਖ ਮੇਲ ਮਿਲਾਏ। ਜਿਹੜੇ ਗੁਰਮੁਖ ਨੇ ਨਾ, ਉਹ ਸਤਿਗੁਰੂ ਦੀ ਦੱਸੀ ਹੋਈ ਕਾਰ ਕਮਾ ਕੇ ਜਦੋਂ ਸੇਵਾ ਦੂਜਿਆਂ ਤੋਂ ਕਰਵਾਉਂਦੇ ਨੇ, ਆਪ ਕਰਦੇ, ਤਾਂ ਸਤਿਗੁਰੂ ਬਹੁਤ ਖੁਸ਼ ਹੁੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਗੁਰਮੁਖ ਵਾਹਿਗੁਰੂ ਦੇ ਮੇਲ ਵਿੱਚ ਮਿਲਾ ਦਿੰਦਾ ਹੈ। ਗੁਰਮੁਖ ਪ੍ਰਭੂ ਦੇ ਮੇਲ ਵਿੱਚ ਮਿਲਾ ਦਿੰਦਾ ਹੈ। ਕਿਉਂ? ਕਿ ਗੁਰਮੁਖ ਆਪ ਚੋਂ ਮਿਲਿਆ ਹੋਇਆ।
ਬੜੀ ਤਾਕਤ ਹੁੰਦੀ ਆ। ਅੱਜ ਕੱਲ ਉਹ ਜਿਹੜੀ ਡੌਂਡੀ ਜੀ ਪਿੜਦੇ ਨੇ ਸੰਤਾਂ ਦੇ ਵਿਰੋਧੀ ਸੰਤ ਕਦੇ ਰਹੇ ਤਾਂ ਹੈ ਨਹੀਂ ਨਾਲ, ਕਦੇ ਕੋਈ ਦੇਖਿਆ ਵੀ ਨਹੀਂ ਵਿਚਾਰਿਆਂ ਨੇ। ਠੀਕ ਹੈ, ਕੋਈ ਕਿਸੇ ਇੱਕ ਅੱਧੇ ਨੇ ਗਲਤੀ ਕਰ ਲਈ ਜਾਂ ਕੋਈ ਉਹ ਪੂਰਨ ਸੰਤ ਨਹੀਂ ਬਣ ਸਕਿਆ, ਠੀਕ ਹੈ, ਜਿੰਨਾ ਕਿਸੇ ਤੋਂ ਜ਼ੋਰ ਲੱਗਦਾ ਕੋਈ ਕਰਦਾ ਹੀ ਆ ਕੋਈ। ਕਿਉਂਕਿ ਸਟੂਡੈਂਟ ਪਹਿਲੀ ਕਲਾਸ ਵਾਲਾ ਵੀ ਸਟੂਡੈਂਟ ਹੈ, ਦੂਜੀ ਕਲਾਸ ਵਾਲਾ ਵੀ ਸਟੂਡੈਂਟ ਹੈ, MA ਦਾ ਵੀ ਸਟੂਡੈਂਟ ਹੈ, PhD ਵਾਲਾ ਵੀ ਸਟੂਡੈਂਟ ਹੈ, MBBS MD ਕਰਕੇ ਇੱਕ ਡਾਕਟਰ DM ਕਰਨ ਚਲਿਆ ਗਿਆ, ਫਿਰ ਉਹ ਵੀ ਸਟੂਡੈਂਟ ਬਣ ਗਿਆ। ਸਟੂਡੈਂਟ ਮਤਲਬ ਸਿੱਖ, ਸਾਰੀ ਜ਼ਿੰਦਗੀ ਆਪਾਂ ਸਿੱਖ ਹੀ ਰਹਿੰਦੇ ਹਾਂ। ਇਸੇ ਤਰ੍ਹਾਂ ਹੀ ਸੰਤ ਮਹਾਤਮਾ ਗੁਰਮੁਖ ਪਿਆਰਿਆਂ ਵਿੱਚ ਜਿੰਨੀ ਕੁ ਜ਼ੋਰ ਹੈ ਚਲੋ ਲਾਉਂਦੇ ਨਾ, ਅੰਮ੍ਰਿਤ ਛਕਾਉਂਦੇ ਆ ਨਾ, ਬਾਣੀ ਪੜ੍ਹਦੇ ਆ। ਬਚਨ ਕਰਦਾ ਉਹਨਾਂ ਦੇ ਜਿਹੜੇ ਸੰਤ ਬਾਬਾ ਨਾਨਕ ਸਿੰਘ ਜੀ ਕਲੇਰਾਂ ਵਾਲੇ ਹੋਏ ਨੇ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਹੋਏ ਨੇ, ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਹੋਏ ਨੇ, ਹੋਰ ਬੜੇ ਮਹਾਂਪੁਰਸ਼ ਹੋਏ ਨੇ ਵੱਡੇ ਵੱਡੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਜੇ ਆਪਾਂ ਉਹਨਾਂ ਮਹਾਂਪੁਰਖਾਂ ਵੱਲ ਦੇਖੀਏ ਤਾਂ ਦੇਖੋ ਉਹਨਾਂ ਨੇ ਕਿਤਨਾ ਵੱਡਾ ਕਰਮ ਕੀਤਾ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਕੋਲ ਦੋ ਸਿੰਘ ਆ ਕੇ ਕਹਿੰਦੇ, ਮਹਾਰਾਜ ਇਹ ਅਵਸਥਾ ਹੁੰਦੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਹੁੰਦੀ ਹੈ ਅਵਸਥਾ ਕਿ ਵੈਸੇ ਹੀ? ਕਹਿੰਦੇ ਅੱਖਾਂ ਬੰਦ ਕਰੋ ਭਾਈ। ਜਦੋਂ ਅੱਖਾਂ ਬੰਦ ਕੀਤੀਆਂ ਤਾਂ ਉਸ ਵਕਤ ਅੱਖਾਂ ਬੰਦ ਕਰਦਿਆਂ ਕਹਿੰਦੇ ਖੋਲੋ ਭਾਈ। ਜਦੋਂ ਖੋਲੀਆਂ ਤਾਂ ਉਸ ਵਕਤ ਅੱਖਾਂ ਖੋਲਦਿਆਂ ਸਾਰ ਪ੍ਰਕਾਸ਼ ਹੀ ਪ੍ਰਕਾਸ਼ ਦਿਖਿਆ, ਆਕਾਸ਼ ਵਿੱਚ, ਧਰਤੀ ਵਿੱਚ, ਥੱਲੇ, ਉੱਪਰ। ਸੋ ਕਹਿਣ ਲੱਗੇ ਪ੍ਰਕਾਸ਼ ਦਿਖਣ ਲੱਗ ਪਿਆ, ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਦਿਖਾਇਆ ਤੁਹਾਨੂੰ। ਕਹਿਣ ਲੱਗੇ ਮਹਾਰਾਜ ਜੀ ਇਹ ਕਿਵੇਂ ਹੋ ਗਿਆ? ਕਹਿੰਦੇ ਪਿਛਲੇ ਜਨਮ ਵਿੱਚ ਤੁਹਾਡੀ ਕਮਾਈ ਤਾਂ ਪੂਰੀ ਹੋ ਗਈ, ਪਰ ਅਖੀਰ ਤੇ ਹੰਗਤਾ ਹੋ ਗਈ ਸੀ, ਉਹ ਫਿਰ ਥੋੜਾ ਜਿਹਾ ਤੁਹਾਡਾ ਰਹਿ ਗਿਆ ਸੀ ਕੰਮ। ਹੁਣ ਤੁਹਾਡਾ ਇਹ ਕਰਮ ਪੂਰਾ ਹੋਇਆ ਆ ਕੇ, ਹੁਣ ਤੁਸੀਂ ਨਿਮਰਤਾ 'ਚ ਪੁੱਛਿਆ ਭਾਈ, ਤਾਂ ਇਹ ਪੂਰਾ ਕਰ ਰਹੇ ਹੋ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗੁਰਮੁਖ ਜਿਹੜੇ ਹੁੰਦੇ ਨੇ ਉਹ ਆਪ ਵਾਹਿਗੁਰੂ ਵਿੱਚ ਮਿਲ ਜਾਂਦੇ ਨੇ ਤੇ ਦੂਜਿਆਂ ਨੂੰ ਮਿਲਾਉਣ ਦੀ ਸਮਰੱਥਾ ਵੀ ਰੱਖਦੇ ਨੇ। 6ਵੇਂ ਪਾਤਸ਼ਾਹ ਦੀ ਕਥਾ 'ਚ ਆਉਂਦਾ ਸੂਰਜ ਪ੍ਰਕਾਸ਼ 'ਚ, ਮਹਾਰਾਜ 6ਵੇਂ ਪਾਤਸ਼ਾਹ ਕਹਿਣ ਲੱਗੇ ਕਿ ਜਦੋਂ ਬ੍ਰਹਮ ਗਿਆਨ ਵਿੱਚ ਰਤਿਆ ਹੋਇਆ ਮੇਰਾ ਬ੍ਰਹਮ ਗਿਆਨੀ ਮਹਾਂਪੁਰਸ਼ ਕੋਈ ਬਾਬਾ ਬੁੱਢਾ ਜੀ ਵਰਗਾ ਹੋਵੇ ਨਾ ਪੂਰਨ, ਕਹਿੰਦੇ ਜੇ ਕੀੜੀ ਦੇ ਸਿਰ ਤੇ ਵੀ ਹੱਥ ਰੱਖ ਦੇਵੇ, ਭਾਵ ਹੱਥ ਉੱਪਰ ਕਰਕੇ ਜਾਂ ਨਿਗਾਹ ਨਾਲ ਤੱਕ ਦੇਵੇ, ਕਹਿੰਦੇ ਕੀੜੀ ਨੂੰ ਵੀ ਬ੍ਰਹਮ ਗਿਆਨ ਦੇ ਸਕਦਾ ਉਹ। ਇੰਨੀ ਸਮਰੱਥਾ ਦਾ ਮਾਲਕ ਹੁੰਦਾ ਮੇਰਾ ਗੁਰਸਿੱਖ, ਹੋਵੇ ਗੁਰਸਿੱਖ। ਇਹ ਬੜੀਆਂ ਉੱਚੀਆਂ ਬਾਤਾਂ ਨੇ। ਸੋ ਇਸ ਕਰਕੇ ਸਾਧ ਸੰਗਤ ਜੀ ਆਓ, ਮਹਾਰਾਜ ਨੇ 36 ਪੌੜੀਆਂ ਤੱਕ ਆਪਾਂ ਨੂੰ ਇਹ ਬਖਸ਼ਿਸ਼ਾਂ ਕੀਤੀਆਂ ਨੇ। ਅੱਗੇ ਪਿਆਰ ਨਾਲ ਫੇਰ ਹੁਣ ਸ਼ਰਵਣ ਕਰਾਂਗੇ। ਅਸਲ ਚੀਜ਼ ਕੀ ਹੈ? ਨਾਮ, ਦਾਨ, ਇਸ਼ਨਾਨ ਦੱਸਿਆ ਨਾ ਕਿ ਗੁਰਮੁਖ ਨਾਮ ਜਪਦਾ ਜਪਾਉਂਦਾ ਹੈ। ਆਪ ਜੀ ਵੀ ਨਾਮ ਜਪੋ, ਦੂਜਿਆਂ ਨੂੰ ਵੀ ਜਪਾਓ, ਆਪ ਪ੍ਰਾਪਤੀ ਕਰੋ, ਦੂਜਿਆਂ ਨੂੰ ਵੀ ਕਰਵਾਓ। ਜੇ ਸਹੀ ਮਨ ਕਰਕੇ ਚੱਲ ਪਈਏ ਤਾਂ ਕੋਈ ਮੰਜ਼ਿਲ ਔਖੀ ਨਹੀਂ, ਤੇ ਜੇ ਐਵੇਂ ਹੀ ਇਧਰੋਂ ਉਧਰੋਂ ਗੱਲਾਂ ਬਾਤਾਂ ਮਾਰੀਏ ਫਿਰ ਮੰਜ਼ਿਲਾਂ ਔਖੀਆਂ ਹੋ ਜਾਂਦੀਆਂ। ਸਹੀ ਮੰਜ਼ਿਲ ਜੇ ਧਾਰ ਕੇ ਮਨਸ਼ਾ ਚੱਲ ਪਈਏ ਤਾਂ ਉਹ ਕੰਮ ਬਣ ਜਾਂਦਾ। ਜੇ ਪ੍ਰਾਪਤੀ ਲਈ ਜ਼ੋਰ ਲਾ ਦਈਏ ਤਾਂ ਪ੍ਰਾਪਤੀ ਹੋ ਹੀ ਜਾਵੇਗੀ। ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਵਾਹਿਗੁਰੂ
ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।